ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰਬਾਣੀ ਗੁਰੂ ਵਿੱਚ ਆਪਾਂ ਨੂੰ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਸਾਡਾ ਮਨ ਹੈ ਜਿਹੜਾ, ਇਹਨੂੰ ਕਿਵੇਂ ਜਿੱਤਿਆ ਜਾਵੇ, ਇਹਦੇ ਉੱਤੇ ਕਿਵੇਂ ਜਿੱਤ ਪ੍ਰਾਪਤ ਹੁੰਦੀ ਹੈ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ, ਉਹਨਾਂ ਗੁਰਮੁਖਾਂ ਨੇ ਫਿਰ ਇਹ ਮਨ ਨੂੰ ਜਿੱਤ ਲਿਆ ਤੇ ਘਰ ਦੇ ਵਿੱਚ ਰਹਿੰਦੇ ਹੋਏ ਉਹ ਮੁਕਤ ਹੋ ਗਏ। ਉਹਨਾਂ ਨੇ ਜਿਹੜੀ ਪਰਮ ਗਤੀ ਸੀ ਉਸ ਨੂੰ ਪ੍ਰਾਪਤ ਕਰ ਲਿਆ। ਮਾਰੇ ਫਰਮਾਉਂਦੇ ਨੇ, ਗੁਰ ਕੇ ਸ਼ਬਦ ਮਨ ਜੀਤਿਆ, ਗਤ ਮੁਕਤ ਘਰੇ ਮਹਿ ਪਾਏ। ਵੀ ਉਹਨਾਂ ਨੇ ਘਰ ਦੇ ਵਿੱਚ ਰਹਿੰਦੇ ਹੀ ਮਨ ਦੀ ਗਤੀ ਹੋ ਗਈ, ਜੀਵਨ ਮੁਕਤ ਹੋ ਗਈ। ਇਹ ਸਰੀਰ ਰੂਪੀ ਘਰ ਦੇ ਵਿੱਚ ਰਹਿੰਦੇ ਹੋਏ ਆਪਾਂ ਨੂੰ ਸਮਝਾਉਂਦੇ ਵੀ ਅਸੀਂ ਮੁਕਤ ਹੋਣਾ, ਪਰਮ ਗਤੀ ਨੂੰ ਪ੍ਰਾਪਤ ਹੋਣਾ, ਇਹ ਸਰੀਰ ਦੇ ਵਿੱਚ ਰਹਿੰਦੇ ਰਹਿੰਦੇ ਸਮਾਂ ਖਤਮ ਹੋਣ ਤੋਂ ਪਹਿਲਾਂ ਸਵਾਸਾਂ ਦਾ ਧੰਨ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਗਤ ਮਨ ਦੀ ਕਦੋਂ ਹੁੰਦੀ, ਕਿਵੇਂ ਹੁੰਦੀ? ਗੁਰੂ ਦੇ ਸ਼ਬਦ ਤੋਂ ਬਿਨਾਂ, ਨਾਮ ਤੋਂ ਬਿਨਾਂ ਕੋਈ ਵੀ ਜੀਵ ਮੁਕਤ ਨਹੀਂ ਹੋ ਸਕਦਾ। ਕਿਸੇ ਨੂੰ ਇਹ ਜਿਹੜੀ ਪਰਮ ਗਤੀ ਹੈ ਇਹਦੀ ਪ੍ਰਾਪਤੀ ਨਹੀਂ ਹੁੰਦੀ। ਮਾਰੇ ਫਰਮਾਉਂਦੇ, ਹਰ ਕੇ ਨਾਮ ਬਿਨ ਕਿਨ ਗਤ ਪਾਈ, ਕਹੇ ਉਪਦੇਸ਼ ਕਬੀਰਾ। ਬਾਬਾ ਕਬੀਰ ਜੀ ਆਪਾਂ ਨੂੰ ਫਰਮਾਉਂਦੇ ਵੀ ਨਾਮ ਤੋਂ ਬਿਨਾਂ ਕਿਸੇ ਦੀ ਗਤੀ ਨਹੀਂ ਹੁੰਦੀ, ਕਿਸੇ ਨੂੰ ਪਰਮ ਗਤੀ ਜਿਹੜੀ ਹੈ ਪ੍ਰਾਪਤ ਨਹੀਂ ਹੁੰਦੀ। ਸੰਸਾਰ ਦੇ ਵਿੱਚ ਤਾਂ ਨਾ ਜੀਵ ਨੂੰ ਭੇਦ ਹੋਣ ਕਰਕੇ ਉਹ ਸਮਝਦਾ ਹੈ ਵੀ ਕਿਸੇ ਦੀ ਮੈਂ ਗਤੀ ਕਰਾ ਦੇਵਾਂ। ਜੇ ਕੋਈ ਸੰਸਾਰ ਦੇ ਵਿੱਚੋਂ ਚਲਾ ਗਿਆ ਹੈ ਤੇ ਉਹ ਨਾ ਗਿਆਨ, ਨਾ ਸੋਝੀ ਹੋਣ ਕਰਕੇ, ਜੀ ਵਹਿਮਾਂ ਭਰਮਾਂ 'ਚ ਪਏ ਹੋਣ ਕਰਕੇ
ਉਹ ਸਮਝਦੇ ਵੀ ਸਾਡਾ ਫਲਾਣਾ ਬੰਦਾ ਮਰ ਗਿਆ ਸੀ ਤੇ ਉਹਦੀ ਗਤੀ ਨਹੀਂ ਹੋਈ, ਉਹਦੀ ਗਤੀ ਕਰਾਓ ਜੀ। ਹੁਣ ਇੱਦਾਂ ਕਿਸੇ ਦੀ ਗਤੀ ਨਹੀਂ ਹੁੰਦੀ ਨਾਮ ਤੋਂ ਬਿਨਾਂ, ਤੇ ਨਾ ਹੀ ਕਿਸੇ ਨੂੰ ਵਿਹਲਾ ਛੱਡਦੇ ਨੇ। ਅੱਗੇ ਜਦੋਂ ਹੋਰ ਆਕਾਰ ਦੇ ਵਿੱਚ ਭੇਜ ਦਿੰਦੇ ਤੇ ਉਹਨੂੰ ਪਿਛੋਕੜ ਭੁੱਲ ਜਾਂਦਾ ਵੀ ਪਹਿਲਾਂ ਮੇਰਾ ਕਿਹੜਾ ਪਰਿਵਾਰ ਸੀ, ਮੈਂ ਕਿੱਥੇ ਸੀ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜੇ ਤੁਸੀਂ ਗਤੀ ਕਰਾਉਣੀ ਹੈ ਤੇ ਆਪਦੇ ਆਪੇ ਦੀ ਗਤੀ ਕਰਾਓ। ਜੇ ਤੁਸੀਂ ਚਾਹੁੰਦੇ ਹੋ ਵੀ ਸਾਡੀ ਗਤੀ ਹੋ ਜੇ ਤੇ ਫਿਰ ਤੁਸੀਂ ਨਾਮ ਦੇ ਨਾਲ ਜੁੜੋ, ਗੁਰੂ ਦੇ ਸ਼ਬਦ ਦੀ ਕਮਾਈ ਕਰੋ। ਸ਼ਬਦ ਦੀ ਕਮਾਈ ਤੋਂ ਬਿਨਾਂ ਇਹ ਮਨ ਨੂੰ ਜਿੱਤਿਆ ਨਹੀਂ ਜਾ ਸਕਦਾ। ਸੰਸਾਰ ਦੇ ਵਿੱਚ ਅਸੀਂ ਚਾਹੇ ਸਾਰੇ ਸੰਸਾਰ ਨੂੰ ਜਿੱਤ ਲਈਏ ਬਾਹਰੀ ਤੌਰ 'ਤੇ, ਪਰ ਜੇ ਅਸੀਂ ਆਪਦੇ ਮਨ ਨੂੰ ਨਹੀਂ ਜਿੱਤਿਆ ਤੇ ਫਿਰ ਉਹ ਸਾਡੀ ਜਿੱਤ ਨਹੀਂ ਹੈ, ਉਹ ਸਾਡੀ ਹਾਰ ਹੀ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਸਾਨੂੰ ਰੋਜ਼ ਫਰਮਾਉਂਦੇ ਵੀ ਜੇ ਤੁਸੀਂ ਮਨ ਜਿੱਤ ਲਿਆ ਸਮਝ ਲਓ ਤੁਸੀਂ ਸਾਰਾ ਜੱਗ ਹੀ ਜਿੱਤ ਲਿਆ। ਫਰਮਾਉਂਦੇ ਮਨ ਜੀਤੇ ਜੱਗ ਜੀਤ। ਹੁਣ ਇਹ ਮਨ ਨੂੰ ਜਿੱਤਣਾ, ਮਨ ਦੇ ਉੱਤੇ ਜਿੱਤ ਪ੍ਰਾਪਤ ਕਰਨੀ, ਤੇ ਮਨ ਜਿੱਤਿਆ ਜਾਂਦਾ ਗੁਰੂ ਦੇ ਸ਼ਬਦ ਦੁਆਰਾ। ਗੁਰ ਕੇ ਸ਼ਬਦ ਮਨ ਜੀਤੇ ਆ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦਾ ਭੇਤ ਲੈ ਲਿਆ, ਨਾਮ ਦੇ ਨਾਲ ਜੁੜ ਗਏ, ਉਹਨਾਂ ਨੇ ਆਪਦੇ ਮਨ 'ਤੇ ਜਿੱਤ ਪ੍ਰਾਪਤ ਕਰ ਲਈ। ਤੇ ਜਿਹੜਾ ਜੀਵ ਗੁਰੂ ਦੇ ਸ਼ਬਦ ਦਾ ਜਿਨ੍ਹਾਂ ਨੇ ਨਹੀਂ ਭੇਤ ਲਿਆ, ਜਿਨ੍ਹਾਂ ਨੇ ਨਹੀਂ ਸਤ ਸੰਗਤ ਕੀਤੀ, ਨਹੀਂ ਸਿਮਰਨ ਕੀਤਾ, ਉਹਨਾਂ ਨੂੰ ਸ਼ਬਦ ਗੁਰੂ ਦਾ ਭੇਤ ਹੀ ਨਾ ਆਇਆ, ਤੇ ਉਹਨਾਂ ਦਾ ਜਿਹੜਾ ਮਨ ਫਿਰ ਉਹ ਜਿੱਤਿਆ ਨਹੀਂ ਜਾਂਦਾ। ਤਾਈਓ ਫਿਰ ਆਮ ਜੀਵ ਆਪਾਂ ਸੰਸਾਰ 'ਚ ਦੇਖਦੇ ਹਾਂ, ਕਹਿ ਦਿੰਦੇ ਵੀ ਮਨ ਨਹੀਂ ਟੇਕਦਾ ਜੀ। ਗੁਰਬਾਣੀ ਤਾਂ ਪੜ੍ਹਦੇ ਹਾਂ, ਪਰ ਪੁੱਛੋ ਮਨ ਟੇਕਦਾ, ਕਦੇ ਮਨ ਤਾਂ ਟੇਕਦਾ ਨਹੀਂ ਜੀ। ਮਨ ਤਾਂ ਵਿਚਾਰਾਂ 'ਚ ਫੁਰਨਿਆਂ 'ਚ ਹੀ ਭੱਜਿਆ ਫਿਰਦਾ। ਕਿਉਂ ਨਹੀਂ ਟੇਕਦਾ? ਕਿਉਂਕਿ ਮਨ ਨੂੰ ਜਿੱਤਿਆ ਨਹੀਂ। ਜਦ ਤੱਕ ਮਨ ਨੂੰ ਜਿੱਤਿਆ ਨਹੀਂ, ਇਹਨੇ ਟਿਕਣਾ ਨਹੀਂ, ਇਹਨੇ ਭੱਜਿਆ ਫਿਰਨਾ ਫੁਰਨਿਆਂ ਦੇ ਵਿੱਚ, ਵਿਚਾਰਾਂ 'ਚ ਆਪ ਮਹਾਰੇ। ਇਸ ਲਈ ਜਿਹੜਾ ਮਨਮੁਖ ਜੀਵ ਉਹ ਫਿਰ ਮਨ ਦੇ ਉੱਤੇ ਜਿੱਤ ਨਹੀਂ ਪ੍ਰਾਪਤ ਕਰ ਸਕਦਾ। ਮਹਾਰਾਜ ਕਹਿੰਦੇ ਮਨਮੁਖ ਮਨ ਅਜਿੱਤ ਹੈ, ਵੀ ਮਨਮੁਖ ਨੇ ਨਹੀਂ ਜਿੱਤਿਆ। ਤੇ ਮਨਮੁਖ ਕਹਿ ਵੀ ਦਿੰਦਾ ਵੀ ਮਨ ਨੂੰ ਤਾਂ ਬੜਾ ਜੀ ਔਖਾ, ਇਹਨੂੰ ਨਹੀਂ ਰੋਕਿਆ ਜਾ ਸਕਦਾ। ਪਰ ਗੁਰੂ ਸਾਹਿਬ ਸਾਨੂੰ ਕਹਿ ਰਹੇ ਵੀ ਰੋਕਿਆ ਜਾ ਸਕਦਾ, ਪਰ ਰੋਕਣਾ ਇਹਨੇ ਗੁਰੂ ਦੀ ਮੱਤ ਦੁਆਰਾ, ਆਪਦੀ ਮੱਤ ਦੁਆਰਾ ਨਹੀਂ ਰੁਕਦਾ। ਜੇ ਅਸੀਂ ਆਪਦੀ ਮੱਤ ਵਰਤਾਂਗੇ ਫਿਰ ਆਖੀਏ ਰੁਕ ਜਾਵੇ, ਫਿਰ ਨਹੀਂ ਰੁਕਣਾ। ਫਿਰ ਤਾਂ ਇਹਨੇ ਵਿਚਾਰਾਂ ਦੇ ਵਿੱਚ, ਫੁਰਨਿਆਂ ਦੇ ਵਿੱਚ ਭੱਜਿਆ ਹੀ ਫਿਰਨਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਣਾ ਕਰਦੇ ਬਈ ਕਿਵੇਂ ਜਿੱਤਿਆ ਜਾਵੇ, ਕਿਵੇਂ ਮਨ ਸਾਡਾ ਟਿਕਾਊ ਵਿੱਚ ਆਵੇ, ਟਿਕੇ। ਉਹਦੇ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਗੁਰੂ ਦੀ ਸ਼ਰਨ ਦੇ ਵਿੱਚ ਆਓ, ਸਤ ਸੰਗਤ ਦੇ ਵਿੱਚ ਆਓ, ਤੇ ਉਹਨਾਂ ਗੁਰਮੁਖਾਂ ਦਾ ਸੰਗ ਕਰੀਏ ਵੀ ਜਿਨ੍ਹਾਂ ਨੇ ਆਪਦੇ ਮਨ ਦੇ ਉੱਤੇ ਜਿੱਤ ਪ੍ਰਾਪਤ ਕੀਤੀ। ਉਹ ਫਿਰ ਗੁਰਬਾਣੀ ਗੁਰੂ ਵਿੱਚ ਉਹਨਾਂ ਭਗਤਾਂ ਦੀ, ਸੰਤਾਂ ਦੀ ਬਾਣੀ ਹੈ ਜਿਨ੍ਹਾਂ ਨੇ ਮਨ ਨੂੰ ਜਿੱਤੇ। ਤੇ ਆਪਾਂ ਉਹਨਾਂ ਤੋਂ ਪੁੱਛਣਾ ਵੀ ਤੁਸੀਂ ਕਿਵੇਂ ਜਿੱਤੇ ਆ, ਤੇ ਉਹ ਫਿਰ ਆਪਾਂ ਨੂੰ ਦੱਸਦੇ ਵੀ ਗੁਰੂ ਦੇ ਸ਼ਬਦ ਦੁਆਰਾ ਅਸੀਂ ਮਨ ਨੂੰ ਜਿੱਤੇ। ਤੇ ਆਪਾਂ ਉਹਨਾਂ ਤੋਂ ਪੁੱਛਦੇ ਫਿਰ ਵੀ ਅਸੀਂ ਵੀ ਜਿੱਤ ਸਕਦੇ ਹਾਂ। ਤੇ ਉਹ ਕਹਿੰਦੇ ਵੀ ਜੇ ਤੁਸੀਂ ਆਖਿਆ ਮੰਨੋ
ਗੁਰਬਾਣੀ ਗੁਰੂ ਦਾ ਬਚਨ ਕਮਾਈਏ ਤੇ ਅਸੀਂ ਵੀ ਜਿੱਤ ਸਕਦੇ। ਹੁਣ ਇਸ ਵਾਸਤੇ ਫਿਰ ਜਦੋਂ ਆਪਾਂ ਸਾਧ ਸੰਗਤ ਦੇ ਵਿੱਚ ਆਉਂਦੇ ਹਾਂ, ਇੱਥੇ ਸਾਰੀ ਕਹਾਣੀ ਚੱਲਦੀ ਮਨ ਦੀ, ਤੇ ਮਨ ਦਾ ਆਮ ਜੀਵ ਨੂੰ ਭੇਤ ਨਹੀਂ ਹੈ, ਮਨ ਦਾ ਗਿਆਨ ਨਹੀਂ ਹੈ। ਨਾ ਮਨ ਦੀ ਸੋਝੀ, ਨਾ ਗਿਆਨ ਹੋਣ ਕਰਕੇ ਸਾਨੂੰ ਇਹ ਵਿਚਾਰ ਦੀ ਸਮਝ ਨਹੀਂ ਲੱਗਦੀ ਛੇਤੀ ਕਰਕੇ। ਹੁਣ ਜਿਵੇਂ ਕਈ ਗੁਰਮੁਖ ਕਹਿ ਦਿੰਦੇ ਵੀ ਇਹ ਤਾਂ ਪਤਾ ਹੀ ਨਹੀਂ ਲੱਗਦਾ ਜੀ ਵੀ ਕੀ ਕਹਿੰਦੇ ਨੇ, ਕੀ ਸੁਣਾਉਂਦੇ ਨੇ। ਹੁਣ ਸਮਝ ਕਿਉਂ ਨਹੀਂ ਲੱਗਦੀ? ਆਪਾਂ ਕਿਹੜਾ ਕੋਈ ਭਾਸ਼ਾ ਹੋਰ ਬੋਲਦੇ ਹਾਂ? ਜਿਹੜੀ ਭਾਸ਼ਾ ਪੰਜਾਬੀ ਆਪਾਂ ਤਾਂ ਉਹੀ ਭਾਸ਼ਾ ਬੋਲਦੇ ਹਾਂ। ਇਹ ਤਾਂ ਹੈ ਨਹੀਂ ਵੀ ਕੀ ਆਪਾਂ ਹੋਰ ਦੇਸ਼ ਦੀ ਭਾਸ਼ਾ ਬੋਲ ਰਹੇ। ਸਮਝ ਸਾਨੂੰ ਉਦੋਂ ਨਹੀਂ ਲੱਗਦੀ ਜਦੋਂ ਸਾਡਾ ਮਨ ਸੁੱਤਾ ਹੁੰਦਾ, ਵਿਚਾਰਾਂ ਦੇ ਵਿੱਚ, ਫੁਰਨਿਆਂ ਦੇ ਵਿੱਚ ਅਸੀਂ ਹੁੰਦੇ ਹਾਂ, ਫਿਰ ਸਾਨੂੰ ਸਮਝ ਨਹੀਂ ਲੱਗਦੀ। ਤੇ ਜੇ ਹੁਣ ਆਪਾਂ ਨੂੰ ਜਿਹੜੀ ਆਪਾਂ ਵਿਚਾਰ ਕਰਦੇ ਹਾਂ, ਜੇ ਇਹਦੀ ਨਹੀਂ ਸਮਝ ਲੱਗਦੀ, ਤੇ ਫਿਰ ਗੁਰਬਾਣੀ ਗੁਰੂ ਦੀ ਸਮਝ ਤਾਂ ਉਦੋਂ ਵੀ ਔਖੀ ਹੈ। ਗੁਰਬਾਣੀ ਗੁਰੂ ਤਾਂ ਨਰੋਲ ਸਾਰੀ ਵਿਚਾਰ ਹੀ ਉਹ ਬ੍ਰਹਮ ਦੀ ਹੈ, ਤੇ ਆਪਾਂ ਤਾਂ ਫਿਰ ਸੌਖੇ ਤਰੀਕੇ ਦੇ ਨਾਲ, ਸੌਖੇ ਢੰਗ ਦੇ ਨਾਲ ਵਿਚਾਰ ਕਰਦੇ ਹਾਂ ਵੀ ਤਾਂ ਕਿ ਸਾਨੂੰ ਸਮਝ ਲੱਗ ਜੇ। ਤੇ ਜੇ ਆਪਾਂ ਨੂੰ ਇਹ ਵੀ ਸਮਝ ਨਹੀਂ ਆਉਂਦੀ, ਤੇ ਫਿਰ ਇਹ ਨਾ ਜਾਣੋ ਵੀ ਅਸੀਂ ਗੁਰਬਾਣੀ ਨੂੰ ਸਿੱਧਾ ਸਮਝ ਲਾਂਗੇ, ਫਿਰ ਨਹੀਂ ਸਾਨੂੰ ਸਮਝ ਲੱਗੀ। ਇਸ ਵਾਸਤੇ ਫਿਰ ਜੇ ਆਪਾਂ ਨੂੰ ਨਹੀਂ ਸਮਝ ਲੱਗਦੀ, ਤਾਂ ਉਹਦੇ ਵਿੱਚ ਫਿਰ ਕਮੀ ਸਾਡੇ ਅੰਦਰ ਹੈ ਵੀ ਸਾਨੂੰ ਸੰਗਤ ਦੀ ਲੋੜ ਹੈ। ਅਸੀਂ ਰੋਜ਼ ਸੰਗਤ ਜਦੋਂ ਕਰਾਂਗੇ, ਰੋਜ਼ ਸੁਣਾਂਗੇ, ਤੇ ਫਿਰ ਸਾਨੂੰ ਥੋੜ੍ਹੀ ਥੋੜ੍ਹੀ ਸਮਝ ਲੱਗਣੀ ਸ਼ੁਰੂ ਹੁੰਦੀ ਹੈ। ਜੇ ਹੁਣ ਆਖੇ ਜੀ ਇੱਕ ਦਿਨ ਆ ਕੇ ਵੀ ਮੈਨੂੰ ਸਮਝ ਲੱਗ ਜੇ, ਤੇ ਉਹਨੂੰ ਤਾਂ ਪਤਾ ਹੀ ਨਹੀਂ ਲੱਗਣਾ ਵੀ ਕੀ ਸੁਣਾਇਆ। ਸਾਰੀ ਵਿਚਾਰ ਉਹਦੇ ਉੱਤੋਂ ਦੀ ਲੰਘ ਜਾਣੀ, ਉਹਨੂੰ ਪਤਾ ਹੀ ਨਹੀਂ ਵੀ ਕੀ ਆਖੇ ਆ, ਕੀ ਕਹਿ ਰਹੇ ਨੇ, ਕੀ ਸੁਣਾ ਰਹੇ ਨੇ, ਕੁਝ ਨਹੀਂ ਪਤਾ। ਸੋ ਇਸੇ ਤਰ੍ਹਾਂ ਹੀ ਫਿਰ ਇਹ ਪੜ੍ਹਾਈ ਹੈ, ਬ੍ਰਹਮ ਦੀ ਵਿੱਦਿਆ ਇਸ ਨੂੰ ਕਹਿੰਦੇ, ਬ੍ਰਹਮ ਦਾ ਗਿਆਨ। ਜਿਵੇਂ ਸੰਸਾਰ ਦੀ ਪੜ੍ਹਾਈ ਕਰਨ ਵਾਸਤੇ ਆਪਾਂ ਬੱਚਿਆਂ ਨੂੰ ਸਕੂਲਾਂ 'ਚ ਭੇਜਦੇ, ਹੁਣ ਜੇ ਆਪਾਂ ਆਖੀਏ ਵੀ ਬੱਚੇ ਨੂੰ ਇੱਕ ਦਿਨ 'ਚ ਹੀ ਪੜ੍ਹਾਈ ਆ ਜੇ, ਤੇ ਉਹਨੂੰ ਇੱਕ ਦਿਨ 'ਚ ਤਾਂ ਆਉਂਦੀ ਨਹੀਂ। ਤੇ ਉਹਨੂੰ ਜੇ ਨਹੀਂ ਵੀ ਸਮਝ ਲੱਗਦੀ, ਆਪਾਂ ਫਿਰ ਵੀ ਉਹਨੂੰ ਭੇਜਦੇ ਵੀ ਕੋਈ ਨਹੀਂ, ਵੀ ਇੱਕਦਮ ਨਹੀਂ ਪੜ੍ਹਾਈ ਆਉਂਦੀ, ਵੀ ਤੂੰ ਸਮਾਂ ਲੱਗੇਗਾ, ਤੈਨੂੰ ਆਪੇ ਆ ਜਾਏਗਾ, ਤੂੰ ਜਾਂਦਾ ਰਹੇ। ਸੋ ਲਗਾਤਾਰ ਜਦੋਂ ਜਾਂਦਾ ਰਹਿੰਦਾ, ਫਿਰ ਉਹਨੂੰ ਜਦੋਂ ਪੜ੍ਹਾਈ ਆਉਣ ਲੱਗ ਜਾਂਦੀ, ਤੇ ਉਹਨੂੰ ਫਿਰ ਬੱਚੇ ਨੂੰ ਮਾਂ ਪਿਓ ਕਹਿਣ ਵੀ ਤੂੰ ਅੱਜ ਛੁੱਟੀ ਕਰ ਲਾ, ਨਾ ਜਾ, ਤੇ ਉਹ ਰਹਿੰਦਾ ਨਹੀਂ। ਉਹ ਛੁੱਟੀ ਨਹੀਂ ਕਰਦਾ, ਉਹਨੂੰ ਪਤਾ ਵੀ ਮੇਰੀ ਪੜ੍ਹਾਈ ਪਿੱਛੇ ਰਹਿ ਜਾਣੀ ਮੈਨੂੰ, ਕਿਉਂਕਿ ਉਹਨੂੰ ਸਮਝ ਲੱਗ ਗਈ। ਹੁਣ ਇਸੇ ਤਰ੍ਹਾਂ ਹੀ ਇਹ ਵੀ ਪੜ੍ਹਾਈ ਹੈ, ਬ੍ਰਹਮ ਦੀ ਵਿੱਦਿਆ, ਬ੍ਰਹਮ ਦਾ ਗਿਆਨ ਹੈ। ਪਹਿਲਾਂ ਜਦੋਂ ਅਸੀਂ ਆਉਂਦੇ ਹਾਂ, ਸਾਨੂੰ ਨਹੀਂ ਸਮਝ ਲੱਗਦੀ ਵੀ ਕੀ ਸੁਣਾਉਂਦੇ ਨੇ, ਪਤਾ ਹੀ ਨਹੀਂ ਲੱਗਣਾ। ਤੇ ਜਦੋਂ ਆਪਾਂ ਲਗਾਤਾਰ ਕਰੀ ਜਾਂਦੇ ਸੰਗਤ, ਵੀ ਕੋਈ ਨਹੀਂ, ਕਦੇ ਤਾਂ ਸਮਝ ਲੱਗੇਗੀ। ਲਗਾਤਾਰ ਜਦੋਂ ਸੁਣੀ ਜਾਵਾਂਗੇ, ਸੁਣਦੇ ਸੰਗਤ ਕਰਦੇ ਫਿਰ ਸਾਨੂੰ ਸਮਝ ਲੱਗਣੀ ਜਦੋਂ ਸ਼ੁਰੂ ਹੋ ਜਾਂਦੀ, ਫਿਰ ਸਾਨੂੰ ਪਤਾ ਲੱਗਦਾ ਵੀ ਇਹ ਤਾਂ ਸਾਡੀ ਆਪਦੀ ਕਹਾਣੀ, ਵੀ ਇਹ ਕੋਈ ਕਿਸੇ ਹੋਰ ਦੀ ਗੱਲ ਨਹੀਂ ਜਿਹੜੀ ਸਾਨੂੰ ਸਮਝ ਨਹੀਂ ਸੀ ਆਉਂਦੀ, ਇਹ ਸਾਡੀ ਆਪਦੀ ਹੈ। ਤਾਂ ਕਰਕੇ ਸਾਨੂੰ ਪਹਿਲਾਂ ਨਹੀਂ ਸੀ ਸਮਝ ਆਉਂਦੀ, ਕਿਉਂਕਿ ਸਾਡਾ ਮਨ ਸੀ ਜਿਹੜਾ ਉਹ ਸੁਣਦਾ ਨਹੀਂ ਸੀ, ਸੁਣਨ ਦੀ ਅਵਸਥਾ 'ਚ ਨਹੀਂ ਸੀ, ਉਹ ਸੁੱਤਾ ਪਿਆ ਸੀ। ਫਿਰ ਜਦੋਂ ਆਪਾਂ ਨੂੰ ਸਮਝ ਲੱਗਣ ਲੱਗ ਗਈ, ਤੇ ਆਪਾਂ ਨੂੰ ਕੋਈ ਆਖੇ ਵੀ ਬਈ ਅੱਜ ਸੰਗਤ 'ਚ ਨਾ ਜਾਓ, ਤੇ ਆਪਾਂ ਰਹਿਣਾ ਹੀ ਨਹੀਂ, ਆਪਾਂ ਭੱਜੇ ਹੀ ਆਉਣਾ ਬਈ ਹੋਰ ਚਾਹੇ ਅਸੀਂ ਕੰਮ, ਕੋਈ ਗੱਲ ਨਹੀਂ, ਇਹ ਤਾਂ ਹੋਈ ਜਾਣੀ, ਸੰਗਤ ਨਹੀਂ ਅਸੀਂ ਛੱਡਣੀ, ਸੰਗਤ 'ਚ ਤਾਂ ਜਾਣਾ ਹੀ ਜਾਣਾ, ਚਾਹੇ ਮੀਂਹ ਆਵੇ, ਹਨੇਰੀ ਆਵੇ, ਜੋ ਮਰਜ਼ੀ ਆਵੇ, ਅਸੀਂ ਸੰਗਤ ਤੋਂ ਬਿਨਾਂ ਨਹੀਂ ਰਹਿ ਸਕਦੇ। ਜਦੋਂ ਸਾਨੂੰ ਸਮਝ ਲੱਗ ਗਈ, ਇਹ ਫਿਰ ਮਨ ਦੀ ਅਵਸਥਾ ਹੈ। ਜਦ ਤੱਕ ਸਮਝ ਨਹੀਂ,
ਉਹਨਾਂ ਸਮਾਂ ਅਸੀਂ ਸੰਗਤ ਦੀ ਅਹਿਮੀਅਤ ਜਾਣਦੇ ਨਹੀਂ, ਅਤੇ ਇਸ ਕਰਕੇ ਸਾਨੂੰ ਪਤਾ ਨਹੀਂ ਹੈ ਵੀ ਸਤ ਸੰਗਤ ਦੀ ਕਿੰਨੀ ਵਡਿਆਈ, ਕਿੰਨੀ ਮਹਿਮਾ, ਕਿੰਨੀ ਗੁਰੂ ਸਾਹਿਬ ਉਸਤਤ ਕਰਦੇ ਨੇ। ਜਦ ਤੱਕ ਸਾਡਾ ਮਨ ਸੁੱਤਾ ਉਹਨਾਂ ਸਮਾਂ ਸਾਨੂੰ ਭੇਤ ਨਹੀਂ ਹੈ, ਅਤੇ ਜਦੋਂ ਥੋੜ੍ਹਾ ਜਿਹਾ ਵੀ ਜਾਗ ਗਿਆ, ਸਾਨੂੰ ਸਮਝ ਲੱਗਣ ਲੱਗ ਗਈ, ਫਿਰ ਸਾਨੂੰ ਪਤਾ ਲੱਗਦਾ ਵੀ ਸਤ ਸੰਗਤ ਜਿੰਨੀ ਅਸੀਂ ਕਰ ਲਈਏ ਓਨਾ ਹੀ ਸਾਨੂੰ ਲਾਹਾ, ਓਨਾ ਹੀ ਸਾਨੂੰ ਲਾਭ ਹੈ। ਵੀ ਚਾਹੇ ਅਸੀਂ ਇੱਕ ਘੜੀ, ਇੱਕ ਤੋਂ ਅੱਧੀ ਘੜੀ, ਅੱਧੀ ਤੋਂ ਵੀ ਅੱਧੀ ਹੋ ਜੇ, ਉਹ ਵੀ ਸਾਨੂੰ ਲਾਭ, ਉਹ ਵੀ ਸਾਨੂੰ ਲਾਹਾ। ਮਾਰੇ ਫਰਮਾਉਂਦੇ ਕਬੀਰ ਏਕ ਘੜੀ, ਆਧੀ ਘੜੀ ਆਧੀ ਹੂੰ, ਤੇ ਆਦ ਭਗਤਨ ਸੇਤੀ ਗੋਸ਼ਟੀ, ਜੋ ਕੀਨੇ ਸੋ ਲਾਭ। ਬਈ ਸੰਗਤ ਦਾ ਸਾਨੂੰ ਲਾਭ ਹੀ ਲਾਭ ਹੈ। ਇੱਕ ਘੜੀ ਹੋ ਜੇ, ਅੱਧੀ ਘੜੀ, ਅੱਧੀ ਤੋਂ ਵੀ ਅੱਧੀ ਹੋ ਜੇ, ਸਾਨੂੰ ਉਹਦਾ ਵੀ ਲਾਭ, ਉਹਦਾ ਵੀ ਸਾਨੂੰ ਲਾਭ। ਇਸ ਵਾਸਤੇ ਫਿਰ ਆਪਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਇਹ ਸਤ ਸੰਗਤ ਦੀ ਵਡਿਆਈ, ਮਹਿਮਾ ਹੈ। ਜਿਨ੍ਹਾਂ ਨੂੰ ਮਿਲ ਜਾਂਦੀ ਉਹ ਜੀਵ ਨੇ ਜਿਹੜੇ, ਉਹ ਇਹ ਭਵ ਸਾਗਰ, ਸੰਸਾਰ ਸਾਗਰ ਤੋਂ ਤਰ ਜਾਂਦੇ ਨੇ। ਫਰਮਾਉਂਦੇ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਕਿ ਜਿਨ੍ਹਾਂ ਨੂੰ ਸਤ ਸੰਗਤ ਮਿਲ ਗਈ ਉਹ ਤਰ ਗਈ। ਅਤੇ ਸਤ ਸੰਗਤ ਕਹਿੰਦੇ ਕਿ ਇਹਨੂੰ, ਸਾਨੂੰ ਇਹਦਾ ਵੀ ਪਹਿਲਾਂ ਗਿਆਨ ਨਹੀਂ, ਸੋਝੀ ਨਹੀਂ ਹੁੰਦੀ। ਜਦੋਂ ਆਪਾਂ ਸਤ ਸੰਗਤ ਦੇ ਵਿੱਚ ਆਉਂਦੇ ਹਾਂ ਫਿਰ ਹੀ ਸਾਨੂੰ ਸਤ ਸੰਗਤ ਦਾ ਵੀ ਪਤਾ ਲੱਗਦਾ ਵੀ ਸਤ ਸੰਗਤ ਦੀ ਕੀ ਨਿਸ਼ਾਨੀ ਹੈ, ਕਿਹਨੂੰ ਸਤ ਸੰਗਤ ਕਹਿੰਦੇ ਨੇ, ਕਿਹੜੀ ਅਸੀਂ ਸਤ ਸੰਗਤ ਕਰਨੀ ਹੈ। ਹੁਣ ਸੰਗਤ ਆਮ ਜੀਵ ਚਾਰ ਕਿਤੇ ਖੜੇ ਨੇ, ਉਹਨੂੰ ਵੀ ਸੰਗਤ ਆਖੀਏ, ਪਰ ਉੱਥੇ ਵਿਚਾਰ ਕੀ ਹੋ ਰਹੀ, ਕੀ ਗੱਲਾਂ ਹੋ ਰਹੀਆਂ, ਉਹਦੇ ਉੱਤੇ ਫਿਰ ਸਾਡਾ ਮਨ ਹੈ ਜਿਹੜਾ, ਉਹਦਾ ਅਸਰ ਸਾਡੇ ਮਨ ਦੇ ਉੱਤੇ ਹੋਣਾ। ਹੁਣ ਜਿੱਦਾਂ ਦੀ ਸਾਡੇ ਮਨ ਨੂੰ ਸੰਗਤ ਮਿਲਦੀ ਹੈ, ਉੱਦਾਂ ਦਾ ਹੀ ਉਹ ਰੰਗ ਵਟਾ ਲੈਂਦਾ, ਉੱਦਾਂ ਦਾ ਹੀ ਉਹਨੂੰ ਫਲ ਮਿਲ ਜਾਂਦਾ ਹੈ। ਮਹਾਰਾਜ ਕਹਿੰਦੇ ਕਬੀਰ ਮਨ ਪੰਖੀ ਭਇਓ, ਉੱਡ ਉੱਡ ਦੇਹ ਦੇ ਸਜਾਏ, ਜੋ ਜੈਸੀ ਸੰਗਤ ਮਿਲੇ ਤੈਸੋ ਹੀ ਫਲ ਖਾਏ। ਬਈ ਜਿੱਦਾਂ ਦੀ ਜੀਵ ਨੂੰ ਸੰਗਤ ਮਿਲਦੀ ਉੱਦਾਂ ਦਾ ਹੀ ਉਹ ਮਨ ਹੈ ਜਿਹੜਾ, ਉਹੀ ਉਹ ਰੂਪ ਵਟਾ ਲੈਂਦਾ, ਉੱਦਾਂ ਦਾ ਹੀ ਬਣ ਜਾਂਦਾ। ਜੇ ਹੁਣ ਸਾਡੀ ਬਹਿਣੀ ਮਨਮੁਖਾਂ ਨਾਲ ਹੈ, ਜਿਹੜੇ ਆਪ ਸਿਮਰਨ ਨਹੀਂ ਕਰਦੇ, ਸਤ ਸੰਗਤ ਨਹੀਂ ਕਰਦੇ, ਅਤੇ ਅਸੀਂ ਆਖੀਏ ਵੀ ਸਾਡੇ ਮਨ ਨੂੰ ਸੁੱਖ ਮਿਲੇ, ਸ਼ਾਂਤੀ ਮਿਲੇ, ਫਿਰ ਉਹ ਤਾਂ ਮਿਲਣੀ ਨਹੀਂ ਹੈ। ਮਾਰੇ ਫਰਮਾਉਂਦੇ ਮਨਮੁਖ ਸਿਉਂ ਕਰ ਦੋਸਤੀ, ਸੁੱਖ ਕੀ ਪੁੱਛੇ ਮਿੱਤ। ਸਤਿਗੁਰੂ ਕਹਿੰਦੇ ਵੀ ਦੋਸਤੀ ਤਾਂ ਮਨਮੁਖਾਂ ਨਾਲ, ਬਹਿਣੀ ਉੱਠਣੀ ਮਨਮੁਖਾਂ ਨਾਲ, ਵੀ ਜਿਹੜੇ ਨਾ ਆਪ ਸੰਗਤ ਕਰਨ ਅਤੇ ਨਾ ਆਪ ਸਿਮਰਨ ਕਰਨ, ਅਤੇ ਆਖੀਏ ਵੀ ਸਾਡੇ ਮਨ ਨੂੰ ਸੁੱਖ ਦੇਣਗੇ, ਉਹ ਉਹਨਾਂ ਨੇ ਸੁੱਖ ਕੀ ਦੇਣਾ ਹੋਇਆ, ਉਹ ਤਾਂ ਆਪ ਦੁਖੀ ਨੇ। ਸੋ ਆਪਾਂ ਨੂੰ ਫਿਰ ਸਮਝਾਉਂਦੇ ਵੀ ਜੇ ਸੁੱਖ ਲੈਣਾ ਫਿਰ ਗੁਰਮੁਖਾਂ ਦੇ ਨਾਲ ਦੋਸਤੀ ਕਰੋ। ਜਦੋਂ ਅਸੀਂ ਉਹਨਾਂ ਦੇ ਨਾਲ ਬਹਿਣੀ ਉੱਠਣੀ ਬਣਾਉਂਦੇ ਹਾਂ, ਉਹ ਆਪ ਪਰਮਾਤਮਾ ਵਾਹਿਗੁਰੂ ਨਾਲ ਜੁੜੇ ਨੇ, ਅਤੇ ਉਹ ਆਪਾਂ ਨੂੰ ਵੀ ਉਹ ਜੁਗਤੀ ਤਰੀਕਾ ਦੱਸਦੇ ਵੀ ਅਸੀਂ ਵੀ ਕਿਵੇਂ ਜੁੜਨਾ। ਉਹਨਾਂ ਨੇ ਆਪ ਮਨ 'ਤੇ ਜਿੱਤ ਪ੍ਰਾਪਤ ਕੀਤੀ, ਅਤੇ ਉਹ ਆਪਾਂ ਨੂੰ ਵੀ ਦੱਸਦੇ ਵੀ ਕਿਵੇਂ ਅਸੀਂ ਵੀ ਮਨ ਨੂੰ ਵੱਸ 'ਚ ਕਰਨਾ, ਕਿਵੇਂ ਇਹਨੂੰ ਜਿੱਤਣਾ। ਇਸ ਲਈ ਮਹਾਰਾਜ ਫਰਮਾਉਂਦੇ ਗੁਰਮੁਖ ਸਿਉਂ ਕਰ ਦੋਸਤੀ, ਸਤਿਗੁਰ ਸਿਉਂ ਲਾਈ ਚਿੱਤ, ਜਨਮ ਮਰਨ ਕਾ ਮੂਲ ਕੱਟੀਏ, ਤਾ ਸੁਖ ਹੋਵੀ ਮਿਤ। ਸਤਿਗੁਰੂ ਕਹਿੰਦੇ ਵੀ ਜਦੋਂ ਅਸੀਂ ਗੁਰਮੁਖਾਂ ਦੇ ਨਾਲ ਬਹਿਣੀ ਉੱਠਣੀ ਬਣਾਉਂਦੇ, ਉਹਨਾਂ ਦਾ ਅਸੀਂ ਸੰਗ ਕਰਦੇ, ਉਹਨਾਂ ਦੀ ਸੰਗਤ ਕਰਦੇ, ਅਤੇ ਉਹ ਸਾਨੂੰ ਦੱਸਦੇ ਵੀ ਸਾਡਾ ਜਿਹੜਾ ਰੋਗ ਹੈ ਜਨਮ ਮਰਨ ਦਾ, ਇਹਨੂੰ ਕਿਵੇਂ ਕੱਟਣਾ ਸੀ, ਕਿਵੇਂ ਅਸੀਂ ਜੀਵਨ ਮੁਕਤ ਹੋਣਾ, ਕਿਵੇਂ ਅਸੀਂ ਮਨ ਨੂੰ ਪਰਮ ਗਤੀ ਜਿਹੜੀ ਉਹ ਪ੍ਰਾਪਤ
ਸਾਡੇ ਮਨ ਨੂੰ ਹੋਣੀ, ਉਹ ਸਾਨੂੰ ਫਿਰ ਇਹ ਸਾਰੀ ਸੋਝੀ, ਸਾਰਾ ਗਿਆਨ ਦਿੰਦੇ। ਅਤੇ ਜਦੋਂ ਅਸੀਂ ਇਹ ਵਿਚਾਰ ਨੂੰ ਸੁਣਦੇ, ਇਹਨੂੰ ਸੁਣਨ ਦੇ ਨਾਲ ਸਾਡੇ ਮਨ ਤੋਂ ਮੈਲ ਉਤਰਦੀ। ਸਾਡੇ ਮਨ 'ਤੇ ਜਿਹੜੀ ਇਹ ਮੈਲ ਚੜ੍ਹੀ ਪਾਪਾਂ ਦੀ, ਵਿਚਾਰਾਂ ਦੀ, ਜਦੋਂ ਅਸੀਂ ਫਿਰ ਇਹ ਸ਼ਬਦ ਦੀ ਵਿਚਾਰ ਨੂੰ ਸੁਣਦੇ ਹਾਂ, ਫਿਰ ਇਹ ਸਾਡੇ ਮਨ ਤੋਂ ਮੈਲ ਲੈਂਦੀ। ਮਹਾਰਾਜ ਕਹਿੰਦੇ ਮਨ ਤਨ ਧੋਵੇ ਸ਼ਬਦ ਵਿਚਾਰੀ, ਕਿ ਜਦੋਂ ਅਸੀਂ ਸ਼ਬਦ ਦੀ ਵਿਚਾਰ ਇੱਕ ਜਾਣਾ ਕਰਦਾ, ਆਪਾਂ ਧਿਆਨ ਨਾਲ ਸੁਣਦੇ ਹਾਂ, ਇਹਦੇ ਨਾਲ ਸਾਡੇ ਮਨ 'ਤੇ ਜਿਹੜੀ ਮੈਲ ਚੜ੍ਹਦੀ, ਇਹ ਸਾਡੇ ਮਨ ਦੀ ਮੈਲ ਉਤਰਦੀ, ਸਾਡਾ ਮਨ ਧੋਤਾ ਜਾਂਦਾ, ਮਨ ਦਾ ਇਸ਼ਨਾਨ ਹੁੰਦਾ ਹੈ। ਜਿਉਂ ਜਿਉਂ ਮਨ ਦਾ ਇਸ਼ਨਾਨ ਹੋਏਗਾ, ਮਨ ਨੂੰ ਹੋਸ਼ ਆਏਗਾ, ਅਤੇ ਫਿਰ ਇਹਨੂੰ ਤਿਉਂ ਤਿਉਂ ਸਮਝ ਲੱਗਣੀ, ਤਿਉਂ ਤਿਉਂ ਇਹਨੂੰ ਪਤਾ ਲੱਗਣਾ ਵੀ ਕੀ ਆਪਾਂ ਵਿਚਾਰ ਕਰਦੇ ਹਾਂ, ਕੀ ਇਹ ਆਪਾਂ ਸੁਣਾਉਂਦੇ। ਜਿਵੇਂ ਕੋਈ ਜੀਵ ਬੇਹੋਸ਼ ਹੁੰਦਾ ਹੈ, ਸੁੱਤਾ ਪਿਆ, ਗੂੜ੍ਹੀ ਨੀਂਦ, ਉਹਨੂੰ ਜੋ ਮਰਜ਼ੀ ਸੁਣਾਈ ਚੱਲੋ, ਉਹਨੂੰ ਸਮਝ ਨਹੀਂ ਲੱਗਣੀ ਵੀ ਕੀ ਸੁਣਾ ਰਹੇ ਨੇ, ਕਿਉਂਕਿ ਉਹ ਤਾਂ ਸੁੱਤਾ ਪਿਆ। ਅਤੇ ਉਹਨੂੰ ਹੋਸ਼ ਵਿੱਚ ਲਿਆਉਣ ਵਾਸਤੇ, ਜਿਵੇਂ ਆਪਾਂ ਦੇਖਦੇ ਕਈ ਵਾਰ ਜੀਵ ਬੇਹੋਸ਼ ਹੈ, ਉਹਦੇ ਆਪਾਂ ਅੱਖਾਂ 'ਤੇ ਪਾਣੀ ਮਾਰਦੇ ਹਾਂ, ਛਿੱਟੇ ਮਾਰਦੇ ਹਾਂ, ਦੁੱਖ 'ਤੇ ਪਾਣੀ ਪਾਉਂਦੇ ਹਾਂ ਵੀ ਤਾਂ ਕਿ ਇਹਨੂੰ ਹੋਸ਼ ਆਵੇ। ਇਸੇ ਤਰ੍ਹਾਂ ਹੀ ਜਦੋਂ ਆਪਾਂ ਫਿਰ ਇਹ ਸ਼ਬਦ ਦੀ ਵਿਚਾਰ ਕਰਦੇ ਹਾਂ, ਇੱਕ ਕਿਸਮ ਦਾ ਅਸੀਂ ਮਨ ਨੂੰ ਇਸ਼ਨਾਨ ਕਰਾਉਂਦੇ ਹਾਂ, ਮਨ ਦੇ ਉੱਤੇ ਛਿੱਟੇ ਮਾਰਦੇ ਹਾਂ ਵੀ ਤਾਂ ਕਿ ਜਾਗੇ, ਇਹ ਹੋਸ਼ ਵਿੱਚ ਆਵੇ ਜਿਹੜਾ ਬੇਹੋਸ਼ ਹੋਇਆ ਪਿਆ ਹੈ। ਜਿਉਂ ਜਿਉਂ ਇਹ ਹੋਸ਼ ਵਿੱਚ ਆਉਂਦਾ, ਤਿਉਂ ਤਿਉਂ ਉਹਨੂੰ ਸਮਝ ਲੱਗਣ ਲੱਗਦੀ, ਤਿਉਂ ਤਿਉਂ ਉਹਨੂੰ ਆਵਾਜ਼ ਸੁਣਨੀ ਸ਼ੁਰੂ ਹੁੰਦੀ। ਪਹਿਲਾਂ ਤਾਂ ਆਪਾਂ ਨੂੰ ਆਵਾਜ਼ ਹੀ ਨਹੀਂ ਸੁਣਦੀ, ਜਿਵੇਂ ਬੇਹੋਸ਼ ਹੋਏ ਹਾਂ ਅਤੇ ਆਪਾਂ ਵਿਚਾਰ ਕਰ ਰਹੇ ਹਾਂ, ਇੱਥੇ ਆਪਣੀ ਆਵਾਜ਼ ਜਾ ਰਹੀ ਆ ਖਾਲੀ ਖਲਾ ਦੇ ਵਿੱਚ। ਜੇ ਸਾਡਾ ਮਨ ਬੇਹੋਸ਼ ਹੈ ਅਤੇ ਆਪਣੀ ਇਹ ਆਵਾਜ਼ ਆਪਾਂ ਨੂੰ ਸੁਣਨੀ ਹੀ ਨਹੀਂ, ਪਤਾ ਹੀ ਨਹੀਂ ਲੱਗਣਾ ਵੀ ਕੀ ਸੁਣਾ ਰਹੇ, ਕੀ ਆਪਾਂ ਕਹਿ ਰਹੇ ਹਾਂ। ਸੋ ਇਹੀਓ ਕਾਰਨ ਹੈ ਵੀ ਗੁਰਬਾਣੀ ਗੁਰੂ ਦੀ ਸਾਨੂੰ ਤਾਂਹੀਓ ਸਮਝ ਨਹੀਂ ਲੱਗਦੀ ਵੀ ਸਾਡੇ ਮਨ ਬੇਹੋਸ਼ ਹੋਏ ਪਏ ਨੇ। ਅਤੇ ਬੇਹੋਸ਼ ਹੋਏ ਹੋਣ ਕਰਕੇ ਵੀ ਜਿੰਨਾ ਮਰਜ਼ੀ ਉੱਚੀ ਬੋਲੀ ਚੱਲੀਏ, ਸਪੀਕਰ ਲਾ ਲਈਏ ਵੱਡੇ ਵੱਡੇ, ਵੀ ਸੁਣੇ, ਕਿੱਥੇ ਸੁਣਦਾ ਮਨ। ਕਿੰਨੀ ਗੁਰਬਾਣੀ ਪੜ੍ਹੀ ਜਾ ਰਹੀ ਹੈ, ਕਿੰਨਾ ਹੋ ਰਿਹਾ ਵੀ ਗੁਰਬਾਣੀ ਦਾ ਜਾਪ ਹੋ ਰਿਹਾ, ਪਰ ਮਨ ਕਿੱਥੇ ਸੁਣਦਾ, ਸੁਣਦਾ ਹੀ ਨਹੀਂ। ਕਿਉਂ ਨਹੀਂ ਸੁਣ ਰਿਹਾ? ਕਿਉਂਕਿ ਬੇਹੋਸ਼ ਹੋਇਆ ਪਿਆ, ਸੁੱਤਾ ਪਿਆ ਹੈ। ਸੋ ਸੁੱਤੇ ਹੋਏ ਮਨ ਨੂੰ ਜਗਾਉਣ ਵਾਸਤੇ ਫਿਰ ਇਹ ਆਪਾਂ ਤਾਂਹੀਓ ਸਿਮਰਨ ਕਰਦੇ ਹਾਂ, ਜੋ ਮਹਾਰਾਜ ਆਪਾਂ ਨੂੰ ਫਰਮਾਉਂਦੇ, ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ। ਬਈ ਪਹਿਲਾਂ ਇਹ ਸਿਮਰਨ ਕਰਕੇ ਸੁੱਤੇ ਹੋਏ ਮਨ ਨੂੰ ਜਗਾ ਲਓ। ਜਦੋਂ ਇਹ ਜਾਗੇਗਾ ਫਿਰ ਇਹਨੂੰ ਸਮਝ ਆਉਣੀ ਵੀ ਕੀ ਕਹਿ ਰਹੇ ਨੇ। ਜਦ ਤੱਕ ਸੁੱਤਾ ਸਮਝ ਹੀ ਨਹੀਂ ਆਉਂਦੀ ਵੀ ਕੀ ਸੁਣਾ ਰਹੇ, ਕੀ ਕਹਿ ਰਹੇ ਨੇ, ਕੀ ਆਪਾਂ ਨੂੰ ਗੁਰੂ ਸਾਹਿਬ ਉਪਦੇਸ਼ ਕਰ ਰਹੇ, ਸਾਨੂੰ ਨਹੀਂ ਪਤਾ ਲੱਗਦਾ। ਇਸ ਵਾਸਤੇ ਫਿਰ ਇਹ ਜਿਹੜੀ ਗੁਰਬਾਣੀ ਗੁਰੂ ਹੈ, ਉਹਨਾਂ ਗੁਰਮੁਖਾਂ ਦੀ, ਭਗਤਾਂ ਦੀ, ਜਿਨ੍ਹਾਂ ਦੇ ਮਨ ਜਾਗੇ। ਅਤੇ ਸਾਡੇ ਮਨ ਸੁੱਤੇ ਨੇ, ਜਦ ਤੱਕ ਇਹ ਜਾਗਦੇ ਨਹੀਂ ਸਾਨੂੰ ਸਮਝ ਨਹੀਂ ਆਉਂਦੀ। ਉਹ ਇਸ ਵਾਸਤੇ ਫਿਰ ਮਨ ਨੂੰ ਕਹਿੰਦੇ ਬਈ ਤੂੰ ਸੁੱਤਾ ਨਾ ਰਹੇ, ਤੂੰ ਜਾਗ। ਮਹਾਰਾਜ ਫਰਮਾਉਂਦੇ, ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ। ਹੁਣ ਮਾਲਕ ਤਾਂ ਸਾਡੇ ਸਾਰਿਆਂ ਦੇ ਅੰਦਰ ਬੋਲ ਰਹੇ, ਪਰ ਉਹ ਸਾਨੂੰ ਸੁਣਦਾ ਕਿਉਂ ਨਹੀਂ? ਕਿਉਂਕਿ ਅਸੀਂ ਸੁੱਤੇ ਪਏ। ਸਾਡੇ ਅੰਦਰ ਮਾਲਕ ਦਿਨ ਰਾਤ ਬੋਲ ਰਹੇ ਹੈ, ਉਹ ਚੁੱਪ ਕਰਦਾ ਹੀ ਨਹੀਂ, ਬੋਲੀ ਜਾ ਰਿਹਾ, ਲਗਾਤਾਰ ਹੀ ਬੋਲੀ ਜਾ ਰਹੀ ਹੈ। ਪਰ ਉਹ ਸਾਨੂੰ ਕਾਹਤੋਂ ਨਹੀਂ ਸੁਣਦਾ ਮਾਲਕ ਦੀ ਆਵਾਜ਼? ਕਿਉਂਕਿ ਸਾਡਾ ਮਨ ਬੇਹੋਸ਼ ਹੋਇਆ ਪਿਆ, ਸੁੱਤਾ ਪਿਆ ਅਗਿਆਨਤਾ ਦੇ ਵਿੱਚ। ਸੁੱਤਾ ਹੋਣ ਕਰਕੇ ਮਾਲਕ ਅੰਦਰ ਬੋਲ ਰਹੇ ਅਤੇ ਅਸੀਂ ਬਾਹਰ ਵਿਚਾਰਾਂ 'ਚ, ਫੁਰਨਿਆਂ ਦੇ ਵਿੱਚ ਭੱਜੇ ਫਿਰਦੇ ਹਾਂ, ਵਿਚਾਰਾਂ 'ਚ ਸੁੱਤੇ ਪਏ। ਇਸ ਲਈ ਮਹਾਰਾਜ ਸਾਨੂੰ ਕਹਿੰਦੇ ਵੀ ਇਹ ਕਾਇਆ ਦੇ ਵਿੱਚ
ਇਸ ਦੇਹੀ ਦੇ ਵਿੱਚ ਮਾਲਕ ਵਸਦਾ ਹੈ, ਬੋਲ ਰਿਹਾ ਹੈ। ਪਰ ਮਨਮੁਖ ਮੂਰਖ ਹੈ ਜਿਹੜਾ, ਉਹ ਪਰਮਾਤਮਾ ਨੂੰ ਬਾਹਰ ਲੱਭਦਾ ਫਿਰਦਾ। ਉਹ ਸਮਝਦਾ ਵੀ ਸ਼ਾਇਦ ਘਰ ਬਾਰ ਛੱਡ ਕੇ ਮੈਂ ਬਾਹਰ ਜੰਗਲਾਂ 'ਚ ਚਲਿਆ ਜਾਵਾਂ, ਉੱਥੇ ਮਿਲ ਜਾਏਗਾ, ਪਹਾੜਾਂ 'ਤੇ ਚਲਿਆ ਜਾਵਾਂ, ਉੱਥੇ ਮਿਲ ਜਾਏਗਾ। ਉਹ ਬਾਹਰ ਲੱਭਦਾ ਫਿਰਦਾ ਅਤੇ ਮਾਲਕ ਅੰਦਰ ਬੋਲਦੇ ਆ। ਮਾਰੇ ਫਰਮਾਉਂਦੇ ਇਸ ਕਾਇਆ ਅੰਦਰ ਆਪ ਵਸੇ, ਲੱਖ ਨ ਲਖਿਆ ਜਾਈ, ਮਨਮੁਖ ਮੁਗਧ ਬੂਝੇ ਨਾਹੀਂ, ਬਾਹਰ ਭਾਲਣ ਜਾਈ। ਸਤਿਗੁਰੂ ਕਹਿੰਦੇ ਵੀ ਜਿਹੜਾ ਮਨਮੁਖ ਮੂਰਖ ਹੈ ਉਹ ਬਾਹਰ ਲੱਭਦਾ ਫਿਰਦਾ ਹੈ ਅਤੇ ਮਾਲਕ ਅੰਦਰ ਬੋਲੀ ਜਾ ਰਹੇ ਹੈ। ਹੁਣ ਆਪਾਂ ਨੂੰ ਇਸ ਲਈ ਕਹਿੰਦੇ ਵੀ ਤੁਸੀਂ ਮਾਲਕ ਦੀ ਆਵਾਜ਼ ਨੂੰ ਸੁਣੋ। ਹੁਣ ਸੁਣੀਏ ਕਿਵੇਂ? ਕਹਿੰਦੇ ਵੀ ਸਹਿਜ ਦੇ ਵਿੱਚ ਸੁਣਿਆ ਲਾਗੇ ਸਹਿਜ ਧਿਆਨ। ਸਹਿਜ ਦੇ ਵਿੱਚ ਮਨ ਜਾਏਗਾ ਅਤੇ ਸੁਣ ਲਏਗਾ, ਪਰ ਸਹਿਜ ਇੱਧਰ ਵਿਚਾਰਾਂ 'ਚ ਸਹਿਜ ਨਹੀਂ ਹੈ। ਇਹ ਜਿਹੜਾ ਅਸੀਂ ਫੁਰਨਿਆਂ ਦੇ ਵਿੱਚ ਚੱਲਦੇ ਹਾਂ, ਸੰਸਾਰ ਦੀਆਂ ਦੁਨਿਆਵੀ ਗੱਲਾਂ ਕਰਦੇ ਹਾਂ, ਕਿਸੇ ਦੇ ਅਸੀਂ ਔਗਣ ਫਰੋਲਦੇ ਹਾਂ, ਕਿਸੇ ਦੀ ਨਿੰਦਿਆ ਕਰਦੇ ਹਾਂ, ਕਿਸੇ ਨਾਲ ਵੈਰ ਵਿਰੋਧ ਈਰਖਾ ਨਫ਼ਰਤ ਮਨ 'ਚ ਰੱਖਦੇ ਹਾਂ, ਇਹ ਸਾਡੇ ਮਨ ਦੇ ਕਰਮ ਨੇ ਅਤੇ ਇਹ ਕਰਮ ਸਾਨੂੰ ਸਹਿਜ ਵਿੱਚ ਜਾਣ ਨਹੀਂ ਦਿੰਦੇ। ਕਿਸੇ ਦੇ ਆਪਾਂ ਔਗਣ ਦੇਖ ਕੇ ਉਹਦੇ ਔਗਣ ਫਰੋਲਾਂਗੇ, ਕਿਸੇ ਦੀ ਆਪਾਂ ਨਿੰਦਿਆ ਕਰਾਂਗੇ, ਕਿਸੇ ਨਾਲ ਆਪਾਂ ਈਰਖਾ ਨਫ਼ਰਤ ਕਰਾਂਗੇ, ਇਹ ਸਾਡੇ ਮਨ ਦੇ ਕਰਮ ਨੇ, ਫਿਰ ਅਸੀਂ ਸਹਿਜ 'ਚ ਨਹੀਂ ਜਾ ਸਕਾਂਗੇ। ਇਹ ਕਰਮਾਂ ਨੇ ਸਾਨੂੰ ਸਾਡੇ ਘਰ ਨਹੀਂ ਜਾਣ ਦੇਣਾ। ਤਾਈਓ ਮਾਰੇ ਸਾਨੂੰ ਰੋਜ਼ ਸਮਝਾਉਂਦੇ, ਕਰਮੀ ਸਹਿਜ ਨਾ ਉਪਜੇ, ਬਿਨ ਸਹਿਜੇ ਸਹਿੰਸਾ ਨਾ ਜਾਏ। ਇਹ ਮਨ ਦੇ ਕਰਮ ਨੇ ਅਤੇ ਇਹਨਾਂ ਕਰਮਾਂ ਦੇ ਵਿੱਚ ਸਹਿਜ ਨਹੀਂ ਪੈਦਾ ਹੁੰਦਾ, ਇਹਨਾਂ ਦੇ ਵਿੱਚ ਸਹਿਜ ਨਹੀਂ ਹੈ। ਅਤੇ ਜਦ ਤੱਕ ਅਸੀਂ ਸਹਿਜ ਵਿੱਚ ਨਹੀਂ ਜਾਵਾਂਗੇ ਅਸੀਂ ਮਾਲਕ ਦੀ ਆਵਾਜ਼ ਨੂੰ ਨਹੀਂ ਸੁਣ ਸਕਦੇ। ਜਦ ਤੱਕ ਅਸੀਂ ਸਹਿਜ ਵਿੱਚ ਨਹੀਂ ਜਾਵਾਂਗੇ ਸਾਨੂੰ ਸਾਡੇ ਮਨ ਦੀ ਖੁਰਾਕ ਅੰਮ੍ਰਿਤ ਨਹੀਂ ਮਿਲੇਗਾ। ਮਨ ਦਾ ਭੋਜਨ ਹੈ ਜਿਹੜਾ ਉਹ ਨਹੀਂ ਸਾਨੂੰ ਆਏਗਾ ਅੰਮ੍ਰਿਤ। ਅਤੇ ਜਦ ਤੱਕ ਸਾਨੂੰ ਅੰਮ੍ਰਿਤ ਨਹੀਂ ਆਉਂਦਾ ਅਸੀਂ ਭਾਗਾਂ ਤੋਂ ਹੀਣੇ ਅਤੇ ਜਮਾਂ ਦੇ ਵੱਸ। ਤਾਈਓ ਮਾਰੇ ਸਾਨੂੰ ਰੋਜ਼ ਸਮਝਾਉਂਦੇ, ਜਿਨ ਹਰ 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 ਰਸ ਨਾਮ ਨਾ ਪਾਇਆ ਅਤੇ ਭਾਗਹੀਣ ਜਮ ਪਾਸ। ਕਿ ਜਿਨ੍ਹਾਂ ਨੂੰ ਇਹ ਹਰ ਰਸ ਨਹੀਂ ਆਇਆ, ਅੰਮ੍ਰਿਤ ਰਸ ਨਹੀਂ ਆਇਆ, ਉਹ ਭਾਗਾਂ ਤੋਂ ਹੀਣੇ ਅਤੇ ਜਮਾਂ ਦੇ ਵੱਸ ਨੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਬਈ ਇਹ ਜਿਹੜੇ ਮਨ ਦੇ ਕਰਮ ਨੇ ਇਹਨਾਂ ਕਰਮਾਂ ਨੂੰ ਛੱਡੋ। ਔਗਣ ਆਪਾਂ ਕਿਸੇ ਦੇ ਦੇਖਣੇ ਨਹੀਂ, ਫਰੋਲਣੇ ਨਹੀਂ ਹੈ। ਜੇ ਆਪਾਂ ਨੂੰ ਕਿਸੇ ਵਿੱਚ ਕੋਈ ਗੁਣ ਚੰਗਾ ਲੱਗਦਾ ਅਤੇ ਉਹ ਗੁਣ ਦੇਖ ਲਓ ਅਤੇ ਉਹ ਗੁਣ ਆਪਣੇ ਅੰਦਰ ਧਾਰਨ ਕਰ ਲਓ। ਅਤੇ ਜਿਹੜੇ ਔਗਣ ਹੈ ਉਹ ਔਗਣ ਨਾ ਦੇਖੋ, ਔਗਣ ਛੱਡ ਦਿਓ। ਔਗਣ ਆਪਾਂ ਜ਼ਰੂਰੀ ਫੜਨਾ ਕਿਸੇ ਦਾ। ਹੁਣ ਇਸ ਵਾਸਤੇ ਹੈ ਗੁਰੂ ਦੀ ਮੱਤ ਵੀ ਜੋ ਸਾਨੂੰ ਗੁਰਬਾਣੀ ਗੁਰੂ ਸਮਝਾਉਂਦੇ ਵੀ ਅਸੀਂ ਜਿਹੜੀ ਸਾਂਝ ਉਹ ਗੁਣਾਂ ਦੀ ਪਾਉਣੀ, ਅਸੀਂ ਗੁਣ ਫੜਨਾ, ਔਗਣ ਨਹੀਂ ਦੇਖਣਾ, ਔਗਣਾਂ ਨੂੰ ਛੱਡਣਾ। ਮਹਾਰਾਜ ਕਹਿੰਦੇ ਸਾਂਝ ਕੀਜੇ ਗੁਣਾ ਕੇਰੀ, ਛੋੜ ਔਗਣ ਚੱਲੀਏ। ਬਈ ਸਾਂਝ ਆਪਾਂ ਗੁਣਾਂ ਦੀ ਪਾਉਣੀ। ਜਿਵੇਂ ਹੁਣ ਆਪਾਂ ਵਿਚਾਰ ਕਰਦੇ ਹਾਂ, ਸਮਝ ਲਓ ਵੀ ਮੈਂ ਵਿਚਾਰ ਕਥਾ ਕਰ ਰਹੀ ਹਾਂ। ਤੁਹਾਨੂੰ ਜੇ ਮੇਰੇ 'ਚ ਕੋਈ ਗੁਣ ਚੰਗਾ ਲੱਗਦਾ ਤਾਂ ਉਹ ਗੁਣ ਧਾਰਨ ਕਰ ਲਓ। ਤੁਸੀਂ ਔਗਣ ਜ਼ਰੂਰੀ ਦੇਖਣੇ। ਔਗਣ ਮੇਰੇ 'ਚ ਹਜ਼ਾਰਾਂ ਹੋਣੇ, ਲੱਖਾਂ ਹੋਣਗੇ। ਬਈ ਜੇ ਆਪਾਂ ਨੂੰ ਕੋਈ ਗੁਣ ਚੰਗਾ ਲੱਗਦਾ ਹੈ ਅਤੇ ਉਹ ਗੁਣ ਫੜ ਲਓ। ਔਗਣ ਜ਼ਰੂਰੀ ਫੜਨਾ, ਔਗਣ ਛੱਡ ਦਿਓ। ਸੋ ਇਸੇ ਤਰ੍ਹਾਂ ਹੀ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਵੀ ਆਪਾਂ ਸਿਰਫ ਗੁਣ ਦੇਖਣਾ, ਔਗਣ ਨਹੀਂ ਦੇਖਣਾ, ਕਿਸੇ ਦਾ ਵੀ ਨਹੀਂ ਦੇਖਣਾ। ਜੇ ਆਪਾਂ ਇਸੇ ਤਰ੍ਹਾਂ ਔਗਣ ਹੀ ਦੇਖਣ ਲੱਗੇ ਅਤੇ ਉਹ ਚੀਜ਼ ਸਾਡੇ ਵਿੱਚ ਆ ਜਾਂਦੀ ਹੈ।
ਜਿਹੜੀ ਚੀਜ਼ ਆਪਾਂ ਕਿਸੇ 'ਚ ਦੇਖਾਂਗੇ ਉਸੇ ਚੀਜ਼ ਨੇ ਸਾਡੇ ਅੰਦਰ ਆ ਜਾਣਾ, ਸਾਡੇ ਮਨ ਨੇ ਉਹ ਚੀਜ਼ ਨੂੰ ਗ੍ਰਹਿਣ ਕਰ ਲੈਣਾ। ਇਹ ਦ੍ਰਿਸ਼ਟੀ ਦਾ ਖੇਲ ਹੈ। ਕਿਸੇ ਦੇ ਆਪਾਂ ਔਗਣ ਦੇਖਾਂਗੇ, ਉਹਦੇ ਔਗਣ ਫਰੋਲਾਂਗੇ, ਉਹ ਔਗਣ ਸਾਡੇ ਵਿੱਚ ਆ ਜਾਣੇ। ਅਤੇ ਜੇ ਆਪਾਂ ਕਿਸੇ ਦੇ ਗੁਣ ਦੇਖਾਂਗੇ ਅਤੇ ਉਹ ਗੁਣ ਆਪਣੇ 'ਚ ਆ ਜਾਣਗੇ। ਇਹ ਹੁਣ ਦੇਖਣਾ ਆਪਾਂ ਵੀ ਅਸੀਂ ਆਪਦੇ ਅੰਦਰ ਔਗਣ ਭਰਨੇ ਨੇ ਕਿ ਜਾਂ ਅਸੀਂ ਗੁਣ ਲੈ ਕੇ ਆਉਣੇ ਨੇ। ਜੇ ਤਾਂ ਅਸੀਂ ਗੁਣ ਦੇਖਾਂਗੇ ਅਤੇ ਸਾਡੇ ਵਿੱਚ ਗੁਣ ਆ ਜਾਣਗੇ, ਜਿੱਥੇ ਜੇ ਔਗਣ ਦੇਖਾਂਗੇ ਅਤੇ ਉਹ ਔਗਣ ਤਾਂ ਫਿਰ ਆਈ ਜਾਣੇ ਨੇ ਸਾਡੇ ਅੰਦਰ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਵੀ ਤੁਸੀਂ ਕਿਸੇ ਦੇ ਔਗਣ ਨਾ ਦੇਖੋ, ਵੀ ਔਗਣਾਂ ਅਤੇ ਗੁਣਾਂ ਦਾ ਫੈਸਲਾ ਕਰਨ ਵਾਲਾ ਮਾਲਕ ਸਭ ਨੂੰ ਦੇਖ ਰਿਹਾ ਹੈ, ਕੋਈ ਉਹਦੀ ਨਜ਼ਰ ਤੋਂ ਬਾਹਰ ਨਹੀਂ ਹੈ। ਪਰਮਾਤਮਾ ਸਾਨੂੰ ਅੰਦਰੋਂ ਵੀ ਦੇਖਦਾ ਅਤੇ ਸਾਨੂੰ ਬਾਹਰੋਂ ਵੀ ਦੇਖਦਾ। ਉਹ ਤੋਂ ਅਸੀਂ ਕੁਝ ਛੁਪਾ ਥੋੜ੍ਹੀ ਸਕਦੇ, ਉਹ ਤੋਂ ਕੁਝ ਲੁਕਿਆ ਥੋੜ੍ਹੀ ਹੈ। ਸੰਸਾਰੀ ਜੀਵਾਂ ਨੂੰ ਤਾਂ ਆਪਾਂ ਝੂਠ ਬੋਲ ਕੇ ਧੋਖਾ ਦੇ ਸਕਦੇ ਹਾਂ, ਪਰ ਪਰਮਾਤਮਾ ਨੂੰ ਨਹੀਂ ਦੇ ਸਕਦੇ। ਉਹ ਅੰਤਰਜਾਮੀ, ਉਹ ਸਾਡੇ ਅੰਦਰ ਦੀ ਜਾਣਦਾ। ਇਸ ਲਈ ਮਹਾਰਾਜ ਕਹਿੰਦੇ ਅੱਗੇ ਦੇਖੇ ਪਿੱਛੇ ਦੇਖੇ ਤਿਸ ਤੇ ਕਹਾਂ ਛੁਪਾਵੇ। ਉਦੋਂ ਤਾਂ ਆਪਾਂ ਛੁਪਾ ਹੀ ਨਹੀਂ ਸਕਦੇ, ਉਹ ਤਾਂ ਸਾਰਾ ਕੁਛ ਜਾਣਦਾ। ਅਤੇ ਅਸੀਂ ਮਾਲਕ ਦੀ ਨਜ਼ਰ ਹੇਠ ਆਉਣਾ, ਉਹਦੇ ਵਾਸਤੇ ਹੀ ਅਸੀਂ ਚੰਗੇ ਬਣਨਾ। ਦੁਨੀਆ ਲਈ ਚੰਗੇ ਬਣ ਕੇ ਆਪਾਂ ਕੀ ਲੈਣਾ ਵੀ ਸੰਸਾਰ ਸਾਡੀ ਸੋਭਾ ਕਰੇ। ਉਹ ਤਾਂ ਸੋਭਾ ਹੀ ਝੂਠੀ ਹੈ ਸੰਸਾਰ ਦੀ। ਆਪਾਂ ਨੂੰ ਕੋਈ ਇਹ ਨਹੀਂ ਹੈ ਵੀ ਸੰਸਾਰ ਦੀ ਸਾਨੂੰ ਵਡਿਆਈ ਚਾਹੀਦੀ ਹੈ, ਸਾਨੂੰ ਮਾਣ ਚਾਹੀਦਾ ਜੀ। ਸੰਸਾਰ ਦੀਆਂ ਵਡਿਆਈਆਂ ਇਹ ਸਭ ਝੂਠੀਆਂ ਨੇ। ਇਹ ਸੰਸਾਰ ਵੀ ਝੂਠਾ ਅਤੇ ਇਹਦੀ ਔਸਤ ਵਡਿਆਈ ਵੀ ਝੂਠੀ। ਇਸ ਲਈ ਮਹਾਰਾਜ ਕਹਿੰਦੇ ਵੀ ਇਹ ਸੰਸਾਰ ਦੀਆਂ ਵਡਿਆਈਆਂ ਇਹ ਸਾਡੇ ਮਨ ਦੇ ਕਿਸੇ ਕੰਮ ਆਉਣ ਵਾਲੀਆਂ ਨਹੀਂ ਹੈ। ਮਹਾਰਾਜ ਕਹਿੰਦੇ ਦੁਨੀਆ ਕੀਆਂ ਵਡਿਆਈਆਂ ਆਵੇ ਕਵਣੇ ਕੰਮ। ਸੰਸਾਰ ਦਾ ਕੀ ਹੈ, ਅੱਜ ਚੰਗਾ ਆਖੇਗਾ ਅਤੇ ਕੱਲ੍ਹ ਨੂੰ ਉਹੀਓ ਮਾੜਾ ਕਹਿਣਾ ਸ਼ੁਰੂ ਕਰ ਦੇ, ਕਿਉਂਕਿ ਇਹਦਾ ਖੇਲ ਹੀ ਵਿਚਾਰਾਂ ਦਾ। ਹੁਣ ਇੱਕ ਜੀਵ ਸਾਰਿਆਂ ਲਈ ਉਹ ਚੰਗਾ ਨਹੀਂ ਹੋ ਸਕਦਾ। ਸਾਰਿਆਂ ਵਾਸਤੇ ਤਾਂ ਗੁਰੂ ਸਾਹਿਬ ਜਦੋਂ ਆਏ, ਭਗਤ ਆਏ, ਉਹਨਾਂ ਨੂੰ ਕਿਹੜਾ ਸਾਰੇ ਚੰਗੇ ਸਮਝਦੇ ਸੀ। ਉਹਨਾਂ ਦੇ ਵੀ ਜ਼ਿਆਦਾ ਲੋਕ ਉਹਨਾਂ ਦੇ ਖਿਲਾਫ ਸੀ, ਜਿਹੜੇ ਉਹਨਾਂ ਦੀ ਨਿੰਦਿਆ ਕਰਦੇ ਸੀ। ਮੰਨਣ ਵਾਲਿਆਂ ਦੀ ਗਿਣਤੀ ਥੋੜ੍ਹੀ ਅਤੇ ਜਿਹੜੇ ਨਹੀਂ ਮੰਨਦੇ, ਜਿਹੜੇ ਉਹਨਾਂ ਦੇ ਨਾਲ ਦੌਦਾ ਰੱਖਦੇ, ਉਹਨਾਂ ਦੀ ਗਿਣਤੀ ਜ਼ਿਆਦਾ। ਸੋ ਇਸ ਵਾਸਤੇ ਸ਼ੁਰੂ ਤੋਂ ਇੱਦਾਂ ਹੀ ਖੇਲ ਚੱਲਦਾ ਆ ਰਿਹਾ। ਇਹ ਜਿਹੜਾ ਮਾਰਗ ਹੈ ਪਰਮਾਤਮਾ ਨੂੰ ਮਿਲਾਪ ਦਾ, ਇਹਦੇ 'ਤੇ ਵਿਰਲੇ ਵਿਰਲੇ ਜੀਵ ਚੱਲਦੇ। ਜ਼ਿਆਦਾ ਭੀੜ ਜਿਹੜੀ ਉਹ ਮਾਰਗ 'ਤੇ ਲੱਗੀ ਧਾਤ ਦੇ 'ਤੇ, ਜਿਹੜਾ ਅੱਗੇ ਜੂਨਾਂ 'ਚ ਜਾਂਦਾ, ਜਿਹੜਾ ਅੱਗੇ ਆਕਾਰਾਂ 'ਚ ਜਾਂਦਾ ਹੈ। ਇਸ ਵਾਸਤੇ ਫਿਰ ਮਹਾਰਾਜ ਸਾਨੂੰ ਸਮਝਾਉਂਦੇ ਵੀ ਜਦੋਂ ਅਸੀਂ ਇਹ ਮਨ ਦੇ ਕਰਮ ਜਿਹੜੇ ਇਹ ਅਸੀਂ ਬਦਲਦੇ ਨਹੀਂ ਹੈ, ਇਹ ਅਸੀਂ ਛੱਡਦੇ ਨਹੀਂ। ਬੈਰ ਵਿਰੋਧ, ਈਰਖਾ, ਨਫ਼ਰਤ, ਹਉਮੈ, ਹੰਕਾਰ, ਨਿੰਦਿਆ, ਚੁਗਲੀ, ਇਹ ਜਿਹੜਾ ਮਾਰਗ ਇਹ ਅੱਗੇ ਜੂਨਾਂ 'ਚ ਜਾਂਦਾ। ਇਹ ਅਸੀਂ ਪਹਿਲਾਂ ਵੀ ਕਰਦੇ ਰਹੇ ਆਕਾਰਾਂ ਦੇ ਵਿੱਚ, ਤਾਂਹੀਓ ਆਪਾਂ ਅੱਗੇ ਦੀ ਅੱਗੇ ਜੂਨਾਂ ਦੇ ਵਿੱਚ ਤੁਰੇ ਆ ਰਹੇ ਹਾਂ। ਅਤੇ ਜੇ ਹੁਣ ਵੀ ਆਪਾਂ ਇਹੀਓ ਕੁਝ ਕਰਦੇ ਹੀ ਰਹੇ, ਹੁਣ ਵੀ ਵੈਰ ਵਿਰੋਧ ਹੀ ਕੀਤਾ, ਹੁਣ ਵੀ ਔਗਣ ਹੀ ਫਰੋਲਦੇ ਰਹੇ, ਨਿੰਦਿਆ ਕਰਦੇ ਰਹੇ, ਅਤੇ ਵਾਪਸ ਫੇਰ ਜੂਨਾਂ 'ਚ ਮੁੜ ਜਾਂਗੇ, ਕਿਉਂਕਿ ਇਹ ਰਾਹ ਸਾਡੇ ਘਰ ਨੂੰ ਜਾਂਦਾ ਹੀ ਨਹੀਂ। ਮਹਾਰਾਜ ਦੱਸਦੇ ਵੀ ਇਹ ਰਸਤਾ ਮਨਮੁੱਖਾਂ ਦਾ ਹੈ। ਮਨਮੁੱਖ ਕਿਹੜੀ ਵਿਧੀ ਤਰੀਕਾ ਅਪਣਾਉਂਦਾ? ਗੁਰੂ ਅਰਜਨ ਦੇਵ ਜੀ ਫਰਮਾਉਂਦੇ, ਵੈਰ ਵਿਰੋਧ, ਕਾਮ ਕ੍ਰੋਧ ਮੋਹ, ਝੂਠ ਵਿਕਾਰ, ਮਹਾਂ ਲੋਭ ਧਰੋ, ਇਹ ਆਹੂੰ ਜੁਗਤ ਬਿਹਾਨੇ ਕਈ ਜਨਮ। ਵੀ ਇਹ ਜੁਗਤ ਹੀ ਅਪਣਾਉਂਦਾ ਕਰਕੇ ਉਹ ਵਾਰ ਵਾਰ ਜੂਨਾਂ 'ਚ ਜਾਂਦਾ, ਵੈਰ ਵਿਰੋਧ ਵਾਲੀ। ਅਤੇ ਜੇ ਅਸੀਂ ਵੀ ਉਹੀਓ ਅਪਣਾਈ
ਤੇ ਮਹਾਰਾਜ ਕਹਿੰਦੇ ਇਹ ਰਸਤਾ ਅੱਗੇ ਜੂਨਾਂ 'ਚ ਹੀ ਜਾਣਾ, ਇਹ ਘਰ ਨੂੰ ਨਹੀਂ ਜਾਂਦਾ। ਉਹ ਇਸ ਵਾਸਤੇ ਫਿਰ ਇਹ ਰਸਤਾ ਆਪਣਾ ਬੰਦ ਕਰਾਉਂਦੇ ਨੇ। ਜਦੋਂ ਆਪਾਂ ਸਤਸੰਗ 'ਚ ਆਉਂਦੇ ਹਾਂ, ਗੁਰੂ ਦੀ ਮੱਤ ਲੈਂਦੇ ਹਾਂ, ਫਿਰ ਆਪਾਂ ਨੂੰ ਇਹਨਾਂ ਦੋਵਾਂ ਰਸਤਿਆਂ ਦੀ ਜਾਣਕਾਰੀ ਦਿੰਦੇ, ਦੋਵਾਂ ਰਸਤਿਆਂ ਦਾ ਗਿਆਨ ਦਿੰਦੇ। ਬਈ ਜਿਹੜਾ ਇਹ ਧਾਤ ਦਾ ਰਸਤਾ ਵੈਰ ਵਿਰੋਧ ਵਾਲਾ, ਜਿਹੜਾ ਵੀ ਜੀਵੇ ਰਸਤੇ 'ਤੇ ਚੱਲਿਆ ਉਹ ਜੀਵਨ ਦੀ ਬਾਜੀ ਨੂੰ ਹਾਰ ਗਿਆ। ਉਹਨੇ ਇੱਥੋਂ ਲਾਹਾ ਨਹੀਂ ਖੱਟਿਆ, ਉਹ ਇੱਥੇ ਵੀ ਦੁਖੀ ਰਿਹਾ, ਸਾਰੀ ਉਮਰ ਦੁੱਖਾਂ ਦੇ ਵਿੱਚ ਕੱਢੀ ਉਹਨੇ। ਅਤੇ ਜਦੋਂ ਉਹਦਾ ਦਿੱਤਾ ਹੋਇਆ ਸਮਾਂ ਖਤਮ ਹੁੰਦਾ, ਅੱਗੇ ਉਦੋਂ ਵੀ ਵੱਧ ਦੁੱਖ ਹੈ। ਗਾਂ ਉਹਨੂੰ ਸਜ਼ਾ ਵੀ ਮਿਲਦੀ ਅਤੇ ਫਿਰ ਉਹਨੂੰ ਵਾਪਸ ਫਿਰ ਜੂਨਾਂ 'ਚ ਭੇਜ ਦਿੰਦੇ। ਤਾਈਓਂ ਮਹਾਰਾਜ ਸਾਨੂੰ ਸਮਝਾਉਂਦੇ, ਕਹਿੰਦੇ ਜਿਹ ਪੈਂਡੇ ਲੂਟੀ ਪਨਹਾਰੀ, ਸੋ ਮਾਰਗ ਸੰਤ ਅੰਦਰਾਰੀ। ਬਈ ਜਿਹੜੇ ਪੈਂਡੇ 'ਤੇ ਚੱਲਦੇ ਹੋਏ ਅਸੀਂ ਪਹਿਲਾਂ ਲੁੱਟੇ ਜਾ ਰਹੇ ਸੀ, ਜੀਵਨ ਦੀ ਬਾਜੀ ਨੂੰ ਹਾਰ ਰਹੇ ਸੀ, ਅਸੀਂ ਜੂਨਾਂ ਵੱਲ ਨੂੰ ਜਾ ਰਹੇ ਸੀ, ਸੰਤਾਂ ਨੇ ਸਾਡਾ ਉਹ ਰਾਹ ਹੀ ਬੰਦ ਕਰਤਾ। ਉਹ ਕਹਿੰਦੇ ਆਹ ਰਾਹ ਨਹੀਂ ਜਾਣਾ, ਛੱਡ ਦਿਓ ਇਹ ਰਾਹ ਨੂੰ। ਉਹ ਫਿਰ ਸਾਨੂੰ ਕਿਹੜੇ ਰਾਹ 'ਤੇ ਤੋਰਦੇ? ਉਹ ਸੰਤ ਮਾਰਗ 'ਤੇ ਤੋਰਦੇ ਆਪਾਂ। ਸੰਤਾਂ ਦਾ ਜਿਹੜਾ ਮਾਰਗ ਉਹ ਫਿਰ ਗੁਣਾਂ ਵਾਲਾ, ਉਹ ਆਪਾਂ ਨੂੰ ਦੱਸਦੇ ਵੀ ਪਹਿਲਾਂ ਆਪਾਂ ਔਗਣ ਦੇਖਦੇ ਹਾਂ, ਔਗਣ ਫਰੋਲਦੇ ਹਾਂ, ਹੁਣ ਆਪਾਂ ਸੰਤ ਮਾਰਗ 'ਤੇ ਚੱਲਣਾ, ਸਿਮਰਨ ਕਰਨਾ ਅਤੇ ਔਗਣਾਂ ਨੂੰ ਛੱਡਣਾ ਅਤੇ ਕਿਸੇ ਦੇ ਔਗਣ ਨਹੀਂ ਦੇਖਣੇ। ਅਤੇ ਔਗਣ ਛੱਡ ਕੇ ਗੁਣਾਂ ਦੀ ਸਾਂਝ ਪਾਉਣੀ, ਗੁਣ ਦੇਖਣੇ ਅਤੇ ਆਪਦਾ ਸਿਮਰਨ ਕਰਨਾ ਅਤੇ ਕਿਸੇ ਦੇ ਨਾਲ ਵੀ ਮਨ ਦੇ ਵਿੱਚ ਵੈਰ ਵਿਰੋਧ ਨਹੀਂ ਰੱਖਣਾ, ਕਿਸੇ ਦੀ ਨਿੰਦਿਆ ਨਾ ਕਰਨੀ ਅਤੇ ਨਾ ਸੁਣਨੀ। ਅਤੇ ਜਿਹੜੇ ਫਿਰ ਇਸ ਮਾਰਗ ਦੇ ਉੱਤੇ ਚੱਲ ਪੈਂਦੇ, ਉਹਨਾਂ ਨੂੰ ਗੁਰਬਾਣੀ 'ਚ ਆਖਿਆ ਵੱਡੇ ਭਾਗਾਂ ਵਾਲੇ, ਵਡਭਾਗੀ। ਮਹਾਰਾਜ ਕਹਿੰਦੇ ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡਭਾਗੀ ਪਾਏ। ਬਈ ਇਹ ਸੰਤਾਂ ਦਾ ਮਾਰਗ, ਸੰਤਾਂ ਦਾ ਰਸਤਾ, ਕੋਈ ਵੱਡੇ ਭਾਗਾਂ ਵਾਲਾ ਗੁਰਮੁਖ ਜਿਹੜਾ ਇਹ ਮਾਰਗ ਦੇ ਉੱਤੇ ਰਸਤੇ 'ਤੇ ਚੱਲਦਾ। ਅਤੇ ਇਹ ਰਸਤੇ 'ਤੇ ਜਦੋਂ ਆਪਾਂ ਚੱਲਦੇ ਹਾਂ, ਇਹਦੇ 'ਤੇ ਸੁੱਖ ਬੜਾ, ਇਹਦੇ 'ਤੇ ਆਨੰਦ ਬੜਾ ਹੈ। ਸੰਸਾਰੀ ਜੀਵ ਬੇਸ਼ੱਕ ਆਪਣੀ ਨਿੰਦਿਆ ਕਰਨ, ਆਪਾਂ ਨੂੰ ਮਾੜਾ ਆਖਣ, ਪਰ ਆਪਣਾ ਜਿਹੜਾ ਮਨ ਹੈ ਇਹਨੂੰ ਬੜਾ ਸੁੱਖ, ਬੜਾ ਚੈਨ, ਬੜਾ ਆਨੰਦ ਹੈ ਕਿ ਕੋਈ ਆਪਾਂ ਨੂੰ ਇਹ ਰਸਤੇ 'ਤੇ ਫਿਕਰ ਨਹੀਂ, ਕੋਈ ਚਿੰਤਾ ਨਹੀਂ, ਕੋਈ ਸਹਿੰਸਾ ਨਹੀਂ, ਕੋਈ ਗਮ ਨਹੀਂ, ਕੋਈ ਆਪਾਂ ਨੂੰ ਇਹ ਨਹੀਂ ਰਹਿੰਦਾ ਵੀ ਸਾਡੀ ਸੰਸਾਰ 'ਚ ਕੋਈ ਉਸਤਤ ਹੋਵੇ, ਕੋਈ ਵਡਿਆਈ ਕਰੇ, ਕੋਈ ਸਾਨੂੰ ਚੰਗਾ ਆਖੇ। ਇਹ ਚੀਜ਼ਾਂ ਤੋਂ ਸਾਡਾ ਮਨ ਉੱਪਰ ਉੱਠ ਜਾਂਦਾ ਵੀ ਚਾਹੇ ਕੋਈ ਚੰਗਾ ਆਖੇ, ਕੋਈ ਮੰਦਾ ਆਖੇ, ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ, ਆਪਾਂ ਆਪਦਾ ਰਸਤਾ ਨਹੀਂ ਛੱਡਣਾ, ਅਸੀਂ ਚੱਲੀ ਜਾਣਾ। ਇਸੇ ਨੂੰ ਮਹਾਰਾਜ ਕਹਿੰਦੇ ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋ ਨਿੰਦ ਕਰੇ ਹਰ ਜਨ ਕੀ, ਸੋ ਆਪਣਾ ਗੁਣ ਨਾ ਗਵਾਵੇ। ਬਈ ਆਪਾਂ ਆਪਦਾ ਗੁਣ ਨਹੀਂ ਛੱਡਣਾ, ਆਪਦਾ ਇਹ ਰਸਤਾ ਨਹੀਂ ਛੱਡਣਾ, ਚਾਹੇ ਕੋਈ ਚੰਗਾ ਆਖੇ, ਕੋਈ ਮੰਦਾ ਆਖੇ, ਕੋਈ ਬੁਰਾ ਆਖੇ, ਕੋਈ ਭਲਾ ਆਖੇ, ਆਪਾਂ ਚੱਲਦੇ ਹੀ ਜਾਣਾ ਆਪਦਾ। ਜਦੋਂ ਆਪਾਂ ਇਹ ਮਾਰਗ ਛੱਡਾਂਗੇ ਨਹੀਂ, ਆਪਾਂ ਨੂੰ ਸੁੱਖ ਹੈ, ਆਪਾਂ ਨੂੰ ਆਨੰਦ ਹੈ। ਅਤੇ ਸੰਸਾਰੀ ਜੀਵਾਂ ਨੇ ਕੋਸ਼ਿਸ਼ ਕਰਨੀ, ਜਿਹੜਾ ਆਪ ਧਾਤ ਦੇ ਮਾਰਗ 'ਤੇ ਚੱਲਦਾ, ਵੀ ਇਹਨਾਂ ਨੂੰ ਵੀ ਇਸ ਮਾਰਗ 'ਤੇ ਤੋਰੀਏ। ਉਹਨਾਂ ਨੇ ਫਿਰ ਆਪਾਂ ਨੂੰ, ਜਦੋਂ ਆਪਾਂ ਇਸ ਮਾਰਗ 'ਤੇ ਚੱਲਾਂਗੇ, ਉਹਨਾਂ ਨੇ ਕੋਈ ਐਸੇ ਬੋਲ ਬੋਲਣੇ ਫਿੱਕੇ, ਮਾੜੇ ਬੋਲ ਬੋਲਣੇ, ਨਿੰਦਿਆ ਕਰਨੀ, ਵੀ ਤਾਂ ਕਿ ਇਹ ਵੀ ਅੱਗਿਓਂ ਕਰਨਾ ਸ਼ੁਰੂ ਕਰਨ, ਵੀ ਅਸੀਂ ਅੱਗਿਓਂ ਇਹਨਾਂ ਨੂੰ ਫਿੱਕਾ ਬੋਲਣਾ, ਇਹ ਵੀ ਸਾਨੂੰ ਬੋਲਣ। ਜਦੋਂ ਇਹ ਬੋਲਣਗੇ ਇਹਨਾਂ ਦਾ ਰਾਹ ਬਦਲ ਜਾਏਗਾ, ਪ੍ਰੇਮ ਦਾ ਰਾਹ ਛੱਡ ਕੇ ਇਹ ਵੀ ਵੈਰ ਵਿਰੋਧ ਵਾਲੇ ਰਾਹ 'ਤੇ ਆ ਜਾਣਗੇ। ਅਤੇ ਆਪਾਂ ਨੂੰ ਜਦੋਂ ਇਹ ਖੇਲ ਦੀ ਸਮਝ ਲੱਗ ਗਈ, ਫਿਰ ਆਪਾਂ ਇਹ ਮਾਰਗ ਛੱਡਦੇ ਨਹੀਂ ਹੈ, ਆਪਾਂ ਆਪਦਾ ਗੁਣ ਨਹੀਂ ਛੱਡਦੇ ਸਹਿਜ ਵਾਲਾ। ਵੀ ਚਾਹੇ ਕੋਈ ਆਪਾਂ ਨੂੰ ਫਿੱਕਾ ਬੋਲੀ ਚੱਲੇ, ਕੋਈ ਬੁਰਾ ਬੋਲੀ ਚੱਲੇ, ਆਪਾਂ ਨੂੰ ਪਤਾ ਹੈ ਵੀ ਇਹਨਾਂ ਦਾ ਮਨ ਸੁੱਤਾ ਹੋਇਆ ਹੈ, ਇਹਨਾਂ ਨੂੰ ਸੋਝੀ ਨਹੀਂ ਹੈ, ਗਿਆਨ ਨਹੀਂ ਹੈ। ਅਤੇ ਜੇ ਇਹ ਵੀ ਸੰਗਤ ਕਰਨ, ਸਿਮਰਨ ਕਰਨ, ਅਤੇ ਇਹਨਾਂ ਨੂੰ ਸੋਝੀ ਹੋ ਜੇ, ਗਿਆਨ ਹੋ ਜੇ,
ਤੇ ਆਪੇ ਫਿੱਕਾ ਬੋਲਣਾ ਬੰਦ ਕਰ ਦੇਣ, ਮਾੜਾ ਬੋਲਣਾ ਬੰਦ ਕਰ ਦੇਣ। ਪਰ ਇਹ ਸਤ ਸੰਗਤ ਸਾਨੂੰ ਬਿਨਾਂ ਭਾਗਾਂ ਤੋਂ ਮਿਲਦੀ ਨਹੀਂ ਹੈ, ਨਹੀਂ ਤਾਂ ਜੀਵ ਸਾਰੀ ਉਮਰ ਇੱਧਰ ਲੰਘਾ ਜਾਂਦਾ, ਉਹਨੂੰ ਗਿਆਨ ਨਹੀਂ ਹੁੰਦਾ, ਸੋਝੀ ਨਹੀਂ ਆਉਂਦੀ ਹੈ। ਆਪਾਂ ਦੇਖਦੇ ਹੀ ਸੰਸਾਰ ਦੇ ਵਿੱਚ ਜੀਵ ਬਜ਼ੁਰਗ ਹੋ ਜਾਂਦਾ, ਸਮਾਂ ਨੇੜੇ ਆ ਜਾਂਦਾ ਹੈ ਤੇ ਉਹਨੂੰ ਬੋਲਣਾ ਹੀ ਨਹੀਂ ਆਉਂਦਾ, ਫਿੱਕਾ ਬੋਲੇਗਾ, ਮਾੜਾ ਬੋਲੇਗਾ। ਤੇ ਸਮਾਂ ਨੇੜੇ ਆ ਗਿਆ, ਨਾ ਉਹਨੂੰ ਦੇਖਣਾ ਹੁੰਦਾ, ਸਮਾਂ ਨੇੜੇ ਆ ਗਿਆ, ਨਾ ਉਹਨੂੰ ਸੁਣਨਾ ਹੁੰਦਾ। ਕਿਉਂਕਿ ਉਹਨੇ ਸਿੱਖਿਆ ਨਹੀਂ, ਗੁਰੂ ਦੀ ਮੱਤ ਨਹੀਂ ਲਈ, ਨਾ ਤਾਂ ਉਹਨੂੰ ਇਹ ਪਤਾ ਵੀ ਮੈਂ ਦੇਖਣਾ ਕੀ ਹੈ। ਉਹ ਮਾਇਆ ਨੂੰ ਹੀ ਦੇਖੀ ਜਾਂਦਾ, ਸਰੀਰਾਂ ਨੂੰ, ਆਕਾਰਾਂ ਨੂੰ, ਪਰਮਾਤਮਾ ਨੂੰ ਤਾਂ ਦੇਖਦਾ ਨਹੀਂ ਉਹ। ਤੇ ਨਾ ਹੀ ਉਹਨੂੰ ਇਹ ਪਤਾ ਵੀ ਮੈਂ ਸੁਣਨਾ ਕੀ ਹੈ। ਸੰਸਾਰ ਦੇ ਵਿੱਚ ਨਿੰਦਿਆ, ਚੁਗਲੀ, ਵੈਰ, ਵਿਰੋਧ, ਈਰਖਾ, ਨਫ਼ਰਤ ਦੀਆਂ ਗੱਲਾਂ ਸੁਣੀ ਜਾ ਰਹੇ, ਮਾਲਕ ਦੀ ਆਵਾਜ਼ ਨੂੰ ਤਾਂ ਅੰਦਰੋਂ ਸੁਣਦਾ ਹੀ ਨਹੀਂ। ਤੇ ਨਾ ਹੀ ਉਹਨੂੰ ਬੋਲਣਾ ਆਉਂਦਾ ਹੈ, ਵੀ ਉਹਨੂੰ ਨਹੀਂ ਪਤਾ ਵੀ ਮੈਂ ਮਾਲਕ ਦੀ ਉਸਤਤ ਕਰਨੀ, ਇਸ ਮੁੱਖ ਦੁਆਰਾ, ਰਸਨਾ ਦੁਆਰਾ ਪਰਮਾਤਮਾ ਦੇ ਗੁਣ ਗਾਉਣੇ ਨੇ। ਗਾਉਣ ਉਹ ਕਿੱਥੋਂ ਗਾਉਂਦਾ ਹੈ? ਉਹ ਤਾਂ ਬੋਲਦਾ ਹੀ ਫਿੱਕਾ ਹੈ, ਮਾੜੇ ਵਚਨ ਬੋਲਦਾ ਹੈ, ਵੈਰ ਵਿਰੋਧ ਦੀ ਗੱਲ ਕਰਦਾ, ਨਫ਼ਰਤ ਦੀ ਗੱਲ ਕਰਦਾ ਹੈ। ਤੇ ਐਸਾ ਜਿਹੜਾ ਜੀਵ ਹੈ, ਉਹਨੂੰ ਜਿਹੜਾ ਉਹਦਾ ਜੀਵਨ ਸੀ ਉਹ ਸਮਝ ਲਓ ਵਿਅਰਥ ਚੱਲਾ ਗਿਆ, ਉਹਨੇ ਜੀਵਨ ਦਾ ਲਾਹਾ ਨਹੀਂ ਖੱਟਿਆ। ਕਿਉਂਕਿ ਨਾ ਤਾਂ ਉਹਨੂੰ ਦੇਖਣਾ ਆਇਆ, ਨਾ ਉਹਨੂੰ ਸੁਣਨਾ ਆਇਆ, ਨਾ ਉਹਨੂੰ ਬੋਲਣਾ ਆਇਆ, ਤੇ ਉਹਦਾ ਜੀਵਨ ਤਾਂ ਸਾਰਾ ਹੀ ਵਿਅਰਥ ਚੱਲਾ ਗਿਆ। ਉਹਨੇ ਜੀਵਨ ਦੀ ਜਾਚ ਸਿੱਖੀ ਹੋਈ ਨਹੀਂ, ਆਪਦੇ ਗੁਰੂ ਦੀ ਮੱਤ ਲਈ ਹੋਈ ਨਹੀਂ ਉਹਨੇ। ਤਾਂ ਕਰਕੇ ਉਹਦਾ ਜੀਵਨ ਜਿਹੋ ਜਿਹਾ ਆਇਆ, ਜਿਹੋ ਜਿਹਾ ਨਾ ਆਇਆ ਸੰਸਾਰ ਦੇ ਵਿੱਚ, ਕਿਉਂਕਿ ਮਾਨਸ ਜਾਮੇ ਦਾ ਤਾਂ ਉਹਨੇ ਲਾਹਾ ਖੱਟਿਆ ਹੀ ਨਾ। ਹੋਰਾਂ ਜੂਨਾਂ ਦੇ ਵਿੱਚ ਤਾਂ ਕਿਸੇ ਨੂੰ ਇੰਨਾ ਗਿਆਨ ਨਹੀਂ, ਉਹਨਾਂ ਨੂੰ ਦੇਖਣਾ ਨਹੀਂ ਆਉਂਦਾ। ਹੋਰਾਂ ਜੂਨਾਂ 'ਚ ਉਹਨਾਂ ਨੂੰ ਪਤਾ ਨਹੀਂ ਹੈ ਵੀ ਉਹ ਪਰਮਾਤਮਾ ਨੂੰ ਦੇਖ ਸਕਦੇ ਨੇ, ਉਹਨਾਂ ਨੂੰ ਨਹੀਂ ਗਿਆਨ। ਨਾ ਹੋਰਾਂ ਜੂਨਾਂ ਦੇ ਵਿੱਚ ਉਹਨਾਂ ਨੂੰ ਇੰਨੀ ਸੋਝੀ ਵੀ ਉਹ ਪਰਮਾਤਮਾ ਦੇ ਗੁਣ ਗਾ ਲੈਣ, ਤੇ ਨਾ ਹੀ ਉਹਨਾਂ ਨੂੰ ਇੰਨੀ ਸੋਝੀ ਵੀ ਉਹ ਪਰਮਾਤਮਾ ਦੀ ਆਵਾਜ਼ ਨੂੰ ਸੁਣ ਲੈਣ। ਉਹਨਾਂ ਆਕਾਰਾਂ, ਉਹਨਾਂ ਜੂਨਾਂ ਦੇ ਵਿੱਚ ਇੰਨਾ ਗਿਆਨ, ਇੰਨਾ ਸੋਝੀ ਨਹੀਂ ਉਹਨਾਂ ਨੂੰ ਵਿਚਾਰਿਆਂ ਨੂੰ। ਤੇ ਮਾਨਸ ਜਾਮੇ ਵਿੱਚ ਆਪਾਂ ਨੂੰ ਸਭ ਤੋਂ ਵੱਧ ਗਿਆਨ ਹੈ। ਹੁਣ ਸਾਨੂੰ ਮੌਕਾ, ਹੁਣ ਸਾਨੂੰ ਵਾਰੀ ਸੀ, ਹੁਣ ਅਸੀਂ ਇਹ ਸਾਰਾ ਕੁਝ ਸਿੱਖ ਸਕਦੇ ਸੀ। ਹੁਣ ਜੇ ਅਸੀਂ ਭੁੱਲ ਗਏ ਸੀ ਦੇਖਣਾ, ਸੁਣਨਾ, ਬੋਲਣਾ, ਤੇ ਉਹ ਅਸੀਂ ਸਤ ਸੰਗਤ ਕਰਕੇ, ਗੁਰੂ ਦੀ ਮੱਤ ਲੈ ਕੇ ਇਹ ਅਸੀਂ ਸਾਰਾ ਕੁਝ ਸਿੱਖਣਾ ਸੀ। ਤਾਈਓਂ ਤਾਂ ਆਪਾਂ ਨੂੰ ਗੁਰੂ ਸਾਹਿਬ ਨੇ ਨਾਂ ਦਿੱਤਾ ਸਿੱਖ। ਸਿੱਖ ਦਾ ਭਾਵ ਕੀ ਹੁੰਦਾ? ਸਿਖਿਆਰਥੀ, ਵੀ ਜਿਹਨੇ ਸਿੱਖਣਾ, ਜਿਹਨੇ ਸਿੱਖਿਆ ਲੈਣੀ, ਗੁਰੂ ਦੀ ਮੱਤ ਲੈਣੀ। ਤੇ ਆਪਾਂ ਸਾਰੇ ਸਿੱਖ ਹਾਂ। ਜਿਹੜਾ ਵੀ ਜੀਵ ਸੰਸਾਰ 'ਚ ਆਇਆ ਉਹ ਸਿੱਖ ਹੈ, ਉਹਨੇ ਸਿੱਖਣਾ, ਉਹਨੇ ਸਿੱਖਣ ਵਾਸਤੇ ਆਏ। ਹੁਣ ਜੇ ਆਪਾਂ ਇਹ ਸਿੱਖਿਆ ਹੀ ਨਾ, ਸਾਰੀ ਉਮਰ ਬੀਤ ਗਈ ਜੀਵ ਦੀ, ਬਜ਼ੁਰਗ ਹੋ ਗਿਆ, ਕਾਲਿਆਂ ਤੋਂ ਚਿੱਟੇ ਹੋ ਗਏ ਕੇਸ, ਤੇ ਉਹਨੇ ਸਿੱਖਿਆ ਨਹੀਂ, ਸਿੱਖਿਆ ਲਈ ਨਹੀਂ, ਗੁਰੂ ਦੀ ਮੱਤ ਲਈ ਨਹੀਂ, ਤੇ ਸਮਝ ਲਓ ਉਹਦਾ ਜੀਵਨ ਤਾਂ ਸਾਰਾ ਫਿਰ ਉਹ ਵਿਅਰਥ ਹੀ ਗਿਆ। ਜੋ ਉਹਨੇ ਸਿੱਖਿਆ ਲੈਣੀ ਸੀ ਉਹ ਤਾਂ ਸਿੱਖਿਆ ਹੀ ਨਹੀਂ। ਤਾਂ ਫਿਰ ਮਹਾਰਾਜ ਕਹਿੰਦੇ ਨੇ ਬਈ ਗੁਰੂ ਤੋਂ ਜੀਵ ਵਾਂਝਾ ਰਹਿ ਕੇ ਇਹ ਭਵ ਸਾਗਰ, ਸੰਸਾਰ ਸਾਗਰ 'ਚ ਡੁੱਬ ਜਾਂਦਾ, ਵਾਪਸ ਫਿਰ ਜੂਨਾਂ 'ਚ ਮੁੜ ਜਾਂਦਾ। ਇਸ ਲਈ ਮਹਾਰਾਜ ਕਹਿੰਦੇ ਬਾਂਝ ਗੁਰੂ ਡੁੱਬਾ ਸੰਸਾਰ। ਗੁਰੂ ਤੋਂ ਵਾਂਝੇ ਰਹਿ ਕੇ ਡੁੱਬ ਗਿਆ। ਗੁਰੂ ਨੇ ਸਿਖਾਉਣਾ ਸੀ, ਉਹਨੇ ਸਿੱਖਿਆ ਨਹੀਂ। ਜਿਵੇਂ ਬੱਚਾ ਛੋਟਾ ਹੁੰਦਾ, ਮਾਤਾ ਪਿਤਾ ਉਹਨੂੰ ਸਿਖਾਉਂਦੇ, ਇਸੇ ਤਰ੍ਹਾਂ ਹੀ ਗੁਰੂ, ਸੰਤ, ਸਾਧੂ ਜਨ, ਭਗਤ ਜਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਤਿਗੁਰੂ, ਇਹ ਆਪਾਂ ਨੂੰ ਸਾਰਾ ਕੁਝ ਸਿਖਾਉਂਦੇ ਨੇ। ਇਹ ਤਾਂਹੀਓ ਆਪਣੇ ਮਾਤਾ ਪਿਤਾ ਰੂਪ ਦੇ ਵਿੱਚ ਆਪਾਂ ਜੋ ਮਰਜ਼ੀ ਉਹਨਾਂ ਨੂੰ ਸਮਝ ਲਈਏ। ਗੁਰਮੁਖਾਂ ਨੂੰ ਪਿਆਰ ਦੇ ਨਾਲ, ਚਾਹੇ ਆਪਾਂ ਉਹਨਾਂ ਨੂੰ ਭਾਈ ਕਹਿ ਦਈਏ, ਭਰਾ ਬਣਾ ਲਈਏ, ਚਾਹੇ ਉਹਨਾਂ ਨੂੰ ਮਾਤਾ ਪਿਤਾ ਦਾ ਦਰਜਾ ਦੇ ਦਈਏ, ਜਾਣੀ ਦੀ ਜੋ ਵੀ ਆਪਾਂ ਉਹਨਾਂ ਨੂੰ ਸਤਿਕਾਰ ਵਜੋਂ, ਜਿਵੇਂ ਗੁਰਬਾਣੀ 'ਚ ਉਹਨਾਂ ਨੂੰ ਨਵਾਜਿਆ ਗਿਆ ਉਹਨਾਂ ਨਾਮਾਂ ਦੇ ਨਾਲ, ਵੀ ਜਿਨ੍ਹਾਂ
ਨੇ ਸਾਰਾ ਕੁਝ ਸਿੱਖਿਆ। ਉਹਨਾਂ ਨੂੰ ਸੰਤ, ਸਾਧੂ, ਭਗਤ, ਬ੍ਰਹਮ ਗਿਆਨੀ, ਗੁਰਮੁਖ, ਗੁਰੂ, ਸਤਿਗੁਰੂ, ਗੁਰਸਿੱਖ, ਇਹਨਾਂ ਨਾਮਾਂ ਦੇ ਨਾਲ ਨਵਾਜਿਆ ਗਿਆ। ਇਹਨਾਂ ਨਾਮਾਂ ਦੇ ਨਾਲ ਉਹਨਾਂ ਨੂੰ ਸੰਬੋਧਨ ਕੀਤਾ ਗਿਆ। ਸੋ ਇਸ ਵਾਸਤੇ ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਆਪਾਂ ਵੀ ਇਹ ਸਿੱਖਣਾ, ਇਹ ਭੇਤ ਲੈਣਾ ਸਾਰਾ ਕੁਛ। ਅਤੇ ਸਿੱਖਣ ਵਾਸਤੇ ਸਾਨੂੰ ਇਹ ਸਿਮਰਨ ਕਰਨਾ ਪੈਂਦਾ। ਪਹਿਲਾਂ ਸਾਨੂੰ ਜਦੋਂ ਇਹ ਅਭਿਆਸ ਕਰਾਂਗੇ, ਸਿਮਰਨ ਕਰਾਂਗੇ, ਫਿਰ ਉਹ ਆਪਾਂ ਨੂੰ ਸਿਖਾਉਂਦੇ ਤਾਂ ਹੈ, ਪਰ ਉਹ ਸਾਡਾ ਮਨ ਹਜੇ ਜਦ ਤੱਕ ਇਹ ਸਿਮਰਨ ਨਹੀਂ ਕਰਦਾ, ਇਹਨੂੰ ਸਮਝ ਨਹੀਂ ਲੱਗਦੀ, ਇਹ ਸਿੱਖਦਾ ਨਹੀਂ। ਦੱਸਦੇ ਆਪਾਂ ਨੂੰ ਸਾਰਾ ਕੁਛ ਨੇ, ਸਮਝਾ ਰਹੇ ਨੇ, ਪਰ ਉਹ ਸਾਨੂੰ ਜਦੋਂ ਲਗਾਤਾਰ ਸੰਗਤ ਕਰਾਂਗੇ ਫਿਰ ਸਾਨੂੰ ਉਹਨਾਂ ਦੀ ਸਮਝ ਲੱਗੇਗੀ। ਪਹਿਲਾਂ ਸਾਨੂੰ ਸਮਝ ਨਹੀਂ ਆਉਂਦੀ, ਨਾ ਸਮਝ ਆਉਣ ਕਰਕੇ ਤਾਂਹੀਓ ਅਸੀਂ ਸਿੱਖਦੇ ਨਹੀਂ। ਤਾਂਹੀਓ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਸਾਡੇ ਜੀਵਨ ਦੀ ਜਾਂਚ, ਇਹਨੂੰ ਕਹਿੰਦੇ ਗੁਰਮਤਿ ਜੀਵਨ ਜਾਂਚ। ਗੁਰੂ ਦੀ ਮੱਤ ਦੁਆਰਾ ਜੀਵਨ ਦੀ ਜਾਂਚ ਸਿੱਖ ਲੈਣੀ। ਜੇ ਅਸੀਂ ਸਿੱਖ ਲਾਂਗੇ ਅਤੇ ਸਾਡਾ ਮਨ ਕਦੇ ਦੁਖੀ ਨਹੀਂ ਹੋਏਗਾ। ਨਾ ਆਪਣੇ ਮਨ ਨੂੰ ਕੋਈ ਦੁੱਖ, ਨਾ ਕੋਈ ਕਲਾ ਕਲੇਸ਼, ਨਾ ਕੋਈ ਰੋਗ ਰਹੇਗਾ। ਇਹ ਸਾਡਾ ਮਨ ਰੋਗ ਰਹਿਤ ਹੋ ਜਾਏਗਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਇਹ ਸਿੱਖਿਆ ਲੈਣ ਵਾਸਤੇ, ਸਾਰਾ ਕੁਝ ਸਿੱਖਣ ਵਾਸਤੇ ਪਹਿਲਾਂ ਮਨ ਨੂੰ ਜਾਗਤ ਅਵਸਥਾ 'ਚ ਲੈ ਕੇ ਆਓ, ਵੀ ਤਾਂ ਕਿ ਜੋ ਸਾਨੂੰ ਸਤਿਗੁਰੂ ਗਿਆਨ ਦੇ ਰਹੇ, ਜੋ ਸਾਨੂੰ ਇਹ ਸਿੱਖਿਆ ਦੇ ਰਹੇ, ਸਮਝਾ ਰਹੇ, ਸਾਡਾ ਮਨ ਇਹ ਸੁਣਨ ਦੀ ਅਵਸਥਾ 'ਚ ਆ ਜੇ, ਕਾਬਲ ਹੋ ਜੇ ਇਸ ਵੀ ਸਾਨੂੰ ਸਮਝ ਲੱਗੇ। ਸੋ ਆਓ ਹੁਣ ਗੁਰਬਾਣੀ ਗੁਰੂ ਦੀ ਕਿਵੇਂ ਸਾਨੂੰ ਸਮਝ ਲੱਗਣੀ, ਇਹਨੂੰ ਸਮਝਣ ਵਾਸਤੇ ਇਹ ਆਪਾਂ ਪਹਿਲਾਂ ਸਿਮਰਨ ਅਭਿਆਸ ਕਰਦੇ ਹਾਂ। ਜਿੰਨਾ ਅਸੀਂ ਸਿਮਰਨ ਕਰਾਂਗੇ ਉਨੀ ਹੀ ਸਾਨੂੰ ਸਮਝ ਆਉਣੀ ਹੈ। ਅਤੇ ਇਹ ਹੁਣ ਆਪਣੇ 'ਤੇ ਵੀ ਜੇ ਤਾਂ ਸਾਡੇ ਮਨ 'ਚ ਤੜਫ ਹੈ ਵੀ ਅਸੀਂ ਇਹ ਜੀਵਨ ਦੀ ਜਾਂਚ ਸਿੱਖਣੀ ਹੈ, ਵੀ ਸਾਡਾ ਜੀਵਨ ਕਿਤੇ ਵਿਅਰਥ ਹੀ ਨਾ ਚਲਾ ਜਾਵੇ, ਫਿਰ ਤਾਂ ਅਸੀਂ ਸਿੱਖਣ ਵਾਸਤੇ ਵੱਧ ਤੋਂ ਵੱਧ ਸਿਮਰਨ ਕਰਾਂਗੇ। ਅਤੇ ਜੇ ਸਾਡੇ ਮਨ 'ਚ ਚਾਅ ਹੀ ਨਹੀਂ ਸਿੱਖਣ ਦਾ, ਵੀ ਚਲੋ ਛੱਡੋ ਜੀ, ਵੀ ਆਪਾਂ ਸਿੱਖ ਕੇ ਲੈਣਾ ਕੀ ਹੈ, ਜਿੱਦਾਂ ਦੇ ਹੈਗੇ ਆ ਠੀਕ ਆ ਬਸ, ਫਿਰ ਅਸੀਂ ਸਿਮਰਨ ਨਹੀਂ ਕਰਾਂਗੇ। ਜਿਵੇਂ ਕੋਈ ਵੀ ਸੰਸਾਰ 'ਚ ਬੱਚਾ ਆਪਾਂ ਦੇਖਦੇ ਹਾਂ ਵੀ ਜਿਹਨੇ ਕੋਈ ਵੀ ਕੰਮ ਸਿੱਖਣਾ ਹੋਵੇ, ਕੁਝ ਵੀ, ਜੇ ਤਾਂ ਉਹਦੇ ਮਨ 'ਚ ਚਾਅ ਹੈ ਫਿਰ ਹੀ ਉਹ ਸਿੱਖ ਸਕਦਾ। ਜੇ ਉਹਦੇ ਮਨ 'ਚ ਚਾਅ ਹੀ ਨਹੀਂ, ਉਹਨੇ ਸਿੱਖਣਾ ਕੀ ਹੈ? ਉਹਨੇ ਸਿੱਖਣਾ ਹੀ ਨਹੀਂ, ਕਿਉਂਕਿ ਉਹ ਚਾਹੁੰਦਾ ਹੀ ਨਹੀਂ ਸਿੱਖਣਾ। ਸੋ ਇਸੇ ਤਰ੍ਹਾਂ ਹੀ ਹੁਣ ਜੇ ਤਾਂ ਅਸੀਂ ਸਿੱਖਣਾ ਚਾਹੁੰਦੇ ਹਾਂ ਵੀ ਸਾਨੂੰ ਬੋਲਣਾ ਆ ਜੇ, ਸਾਨੂੰ ਦੇਖਣਾ ਆ ਜੇ, ਸਾਨੂੰ ਸੁਣਨਾ ਆ ਜੇ, ਫਿਰ ਆਪਾਂ ਇਹ ਸਿਮਰਨ ਕਰਾਂਗੇ। ਅਤੇ ਜੇ ਅਸੀਂ ਨਹੀਂ ਚਾਹੁੰਦੇ ਫਿਰ ਆਪਾਂ ਨਹੀਂ ਕਰਾਂਗੇ। ਸੋ ਆਓ ਹੁਣ ਜੋ ਸਤਿਗੁਰੂ ਆਪਾਂ ਨੂੰ ਫਿਰ ਕਹਿ ਰਹੇ, ਸਮਝਾ ਰਹੇ, ਉਹਨੂੰ ਸਮਝਣ ਵਾਸਤੇ ਆਪਾਂ ਸਿਮਰਨ ਕਰਨਾ ਹੈ। ਆਓ ਸਾਰੇ ਗੁਰਮੁਖ ਪਿਆਰੇ, ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
वाहिगुरु जी का खालसा वाहिगुरु जी की फतेह। इस तरीके नाल गुरमुख प्यारिओ जदों ही आपां लगातार निरंतर सिमरन करदे सुता होया मन अपना फिर जागत अवस्था च हुंदा है।
ਸੁੱਤਾ ਕਿਵੇਂ ਹੈ ਮਨ? ਉੱਦਾਂ ਆਪਣਾ ਮਨ ਕੋਈ ਸੌਣ ਵਾਲੀ ਚੀਜ਼ ਨਹੀਂ ਹੈ, ਜੋਤ ਸਰੂਪ ਪ੍ਰਕਾਸ਼ ਰੂਪ ਹੈ। ਸੁੱਤਾ ਇਹਨੂੰ ਗੁਰਬਾਣੀ 'ਚ ਉਦੋਂ ਕਹਿੰਦੇ ਜਦੋਂ ਇਹ ਵਿਚਾਰਾਂ 'ਚ ਚੱਲਦਾ, ਫੁਰਨਿਆਂ 'ਚ। ਉਦੋਂ ਕਹਿੰਦੇ ਵੀ ਇਹ ਵਿਚਾਰਾਂ ਦੇ ਵਿੱਚ, ਫੁਰਨਿਆਂ ਦੇ ਵਿੱਚ ਜਾ ਕੇ ਸੌਂਦੀ। ਅਤੇ ਜਦੋਂ ਸਾਡਾ ਮਨ ਵਿਚਾਰਾਂ ਤੋਂ, ਫੁਰਨਿਆਂ ਤੋਂ ਰਹਿਤ ਹੋ ਗਿਆ ਅਤੇ ਇਹਨੇ ਜਾਗਤ ਅਵਸਥਾ 'ਚ ਆ ਜਾਣਾ। ਜਦੋਂ ਵਿਚਾਰ ਸਾਡੇ ਰੁਕ ਗਏ ਉਦੋਂ ਕਹਿੰਦੇ ਮਨ ਜਾਗ ਪਿਆ। ਜਦੋਂ ਵਿਚਾਰਾਂ 'ਚ ਚਲਾ ਗਿਆ ਕਹਿੰਦੇ ਸੌਂ ਗਿਆ। ਸੋ ਇਸ ਵਾਸਤੇ ਹੁਣ ਇਹ ਆਪਾਂ ਮਨ ਨੂੰ ਵਿਚਾਰਾਂ ਤੋਂ ਰਹਿਤ ਕਰਨ ਵਾਸਤੇ ਇਹ ਸਿਮਰਨ ਕਰਦੇ ਵੀ ਮਨ ਨੂੰ ਜਗਾਉਣ ਵਾਸਤੇ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਜਦੋਂ ਮਨ ਜਾਗ ਪਿਆ, ਵਿਚਾਰਾਂ ਤੋਂ ਰਹਿਤ ਹੋ ਗਿਆ, ਫਿਰ ਸਾਨੂੰ ਗੁਰਬਾਣੀ ਦੀ ਸਮਝ ਆਉਂਦੀ ਵੀ ਸਾਨੂੰ ਕੀ ਕਹਿ ਰਹੇ ਨੇ, ਕੀ ਸਮਝਾ ਰਹੇ ਨੇ। ਅਤੇ ਜਦ ਤੱਕ ਮਨ ਵਿਚਾਰਾਂ 'ਚ ਸੁੱਤਾ ਹੈ ਤਾਂਹੀਓ ਸਮਝ ਨਹੀਂ ਆਉਂਦੀ। ਸੋ ਇਹ ਹੁਣ ਆਪਣੇ 'ਤੇ ਮਨਸਰ ਹੈ ਵੀ ਅਸੀਂ ਕਿੰਨਾ ਕੁ ਸਿਮਰਨ ਕਰਦੇ ਹਾਂ। ਜਿੰਨਾ ਵੱਧ ਸਿਮਰਨ ਕਰਾਂਗੇ ਸਾਡਾ ਮਨ ਉਨੀ ਛੇਤੀ ਜਾਗ ਪਏ। ਜੇ ਅਸੀਂ ਸਿਮਰਨ ਨਹੀਂ ਕਰਾਂਗੇ ਫਿਰ ਸੁੱਤੇ ਤਾਂ ਹੈਗੇ ਹੀ ਹਾਂ, ਫਿਰ ਇਹ ਸੁੱਤਾ ਰਹੇਗਾ। ਸੋ ਤਾਂਹੀਓ ਮਹਾਰਾਜ ਕਹਿੰਦੇ ਸੁੱਤੇ ਨਾ ਰਹੋ ਵੀ ਜਾਗੋ। ਜੇ ਸਾਡਾ ਮਨ ਸੁੱਤਾ ਹੀ ਰਿਹਾ ਗਾਫਲ ਹੋ ਕੇ ਅਗਿਆਨਤਾ ਦੇ ਵਿੱਚ, ਵਿਚਾਰਾਂ 'ਚ, ਅਤੇ ਫਿਰ ਇਹ ਸਾਡਾ ਜੀਵਨ ਵਿਅਰਥ ਚਲਾ ਜਾਣਾ। ਤਾਂਹੀਓ ਮਹਾਰਾਜ ਸਾਨੂੰ ਫਰਮਾਉਂਦੇ ਅਬ ਮਨ ਜਾਗਤ ਰਹੋ ਰੇ ਭਾਈ, ਗਾਫਲ ਹੋਏ ਕੇ ਜਨਮ ਗਵਾਇਓ, ਚੋਰ ਮੂਸੇ ਕਰ ਜਾਈ। ਵੀ ਜੇ ਅਸੀਂ ਸੌਂ ਗਏ ਅਤੇ ਚੋਰ ਬੈਠੇ ਨੇ, ਚੋਰੀ ਕਰਨ ਵਾਲੇ, ਇਹਨਾਂ ਚੋਰਾਂ ਨੇ ਲੱਗ ਜਾਣਾ। ਅਤੇ ਜੇ ਜਾਗਦੇ ਹੋਵਾਂਗੇ ਅਤੇ ਫਿਰ ਇਹ ਚੋਰ ਨਹੀਂ ਲੱਗ ਸਕਦੇ। ਸੋ ਇਸ ਕਰਕੇ ਕਹਿੰਦੇ ਜਾਗਦੇ ਰਹੋ। ਜੇ ਸੌਂ ਗਏ ਅਤੇ ਗਾਫਲ ਹੋ ਕੇ ਅਤੇ ਜੀਵਨ ਵਿਅਰਥ ਜਾਣਾ ਹੈ। ਉਹ ਇਸ ਵਾਸਤੇ ਹੁਣ ਆਪਾਂ ਕੋਸ਼ਿਸ਼ ਕਰਨੀ ਮਨ ਨੂੰ ਜਗਾਉਣ ਲਈ ਵੱਧ ਤੋਂ ਵੱਧ ਸਿਮਰਨ ਕਰਨਾ ਹੈ। ਅਤੇ ਸਿਮਰਨ ਕਰਕੇ ਮਨ ਨੂੰ ਜਗਾਉਣਾ ਸੰਗਤ ਕਰਕੇ, ਅਤੇ ਨਾਲ ਇਹ ਕੋਸ਼ਿਸ਼ ਕਰਨੀ ਵੀ ਇਹ ਸੌਵੇਂ। ਸੌਂਦਾ ਕਦੋਂ ਆ? ਜਦੋਂ ਅਸੀਂ ਕਿਸੇ ਦੇ ਔਗਣ ਫਰੋਲਣੇ ਸ਼ੁਰੂ ਕਰ ਦਿੰਦੇ ਹਾਂ, ਕਿਸੇ ਦੀ ਨਿੰਦਿਆ ਸ਼ੁਰੂ ਕਰ ਦਿੰਦੇ ਹਾਂ, ਕਿਸੇ ਨੂੰ ਵੈਰ ਵਿਰੋਧ ਸ਼ੁਰੂ ਕਰ ਦਿੰਦੇ, ਫਿਰ ਇਹਨੇ ਫਿਰ ਸੌਂ ਜਾਣਾ। ਕਿਸੇ ਦੀ ਆਪਾਂ ਨਿੰਦਿਆ ਸ਼ੁਰੂ ਕਰਤੀ ਅਤੇ ਸਮਝ ਲਓ ਸੌਂ ਗਿਆ। ਇਹ ਸੁੱਤੇ ਮਨ ਦੀਆਂ ਨਿਸ਼ਾਨੀਆਂ। ਜੇ ਕੋਈ ਕਿਸੇ ਦੀ ਨਿੰਦਿਆ ਕਰ ਰਿਹਾ, ਕਿਸੇ ਨੂੰ ਮਾੜਾ ਕਹਿ ਰਿਹਾ, ਉਹ ਸੁੱਤਾ ਪਿਆ। ਜਿਹੜਾ ਮਨ ਜਾਗਦਾ ਹੈ, ਜਾਗਦੇ ਮਨ ਦੀ ਇਹ ਨਿਸ਼ਾਨੀ, ਉਹ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਦਾ, ਉਹ ਕਿਸੇ ਦੇ ਔਗਣ ਨਹੀਂ ਫਰੋਲਦਾ। ਹਾਲਾਂਕਿ ਇਹ ਨਹੀਂ ਵੀ ਉਹਨੂੰ ਪਤਾ ਨਹੀਂ ਹੈ। ਗੁਰਮੁਖਾਂ ਦਾ ਜਿਹਨਾਂ ਦਾ ਮਨ ਜਾਗ ਪੈਂਦਾ ਉਹ ਤਾਂ ਸਾਰਾ ਕੁਛ ਹੀ ਜਾਣਦੇ, ਉਹਨਾਂ ਨੂੰ ਕੀ ਭੁੱਲੇ ਆ। ਪਰ ਫਿਰ ਵੀ ਉਹ ਕਿਸੇ ਦੇ ਔਗਣ ਨਹੀਂ ਦੇਖਦੇ, ਕਿਸੇ ਦੇ ਔਗਣ ਚਿਤਾਰਦੇ ਨਹੀਂ, ਕਿਉਂਕਿ ਇਹ ਗੁਣ ਆ ਪਰਮਾਤਮਾ ਦੇ ਵਿੱਚ। ਜਿਹੜਾ ਗੁਣ ਉਹੀ ਗੁਣ ਗੁਰਮੁਖਾਂ 'ਚ ਆ ਜਾਂਦਾ ਹੈ। ਉਹ ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਦੱਸਦੇ ਵੀ ਜਿਹੜਾ ਮਨ ਜਾਗਦਾ ਉਹਦੀ ਇਹ ਨਿਸ਼ਾਨੀ, ਔਰ ਧਾਰੇ ਜੋ ਅੰਤਰ ਨਾਮ ਸਰ ਮੈਂ ਪੇਖੇ ਭਗਵਾਨ, ਨੈਮਕ ਨੈਮਕ ਠਾਕਰ ਨਮਸਕਾਰੇ, ਨਾਨਕ ਅਪਰ ਸਗਲ ਨਿਸਤਾਰੇ। ਵੀ ਉਹ ਸਾਰਿਆਂ 'ਚ ਪਰਮਾਤਮਾ ਨੂੰ ਦੇਖਦਾ ਅਤੇ ਸਾਰਿਆਂ ਨਾਲ ਪ੍ਰੇਮ ਕਰਦਾ, ਸਾਰਿਆਂ ਦਾ ਸਤਿਕਾਰ ਕਰਦਾ, ਸਾਰਿਆਂ ਨੂੰ ਸੀਸ ਝੁਕਾਉਂਦਾ। ਸੋ ਇਸ ਵਾਸਤੇ ਹੁਣ ਆਪਾਂ ਵੀ ਕੋਸ਼ਿਸ਼ ਕਰਨੀ ਮਨ ਨੂੰ ਜਗਾਉਣ ਵਾਸਤੇ ਵੱਧ ਤੋਂ ਵੱਧ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ, ਅਤੇ ਵੱਧ ਤੋਂ ਵੱਧ ਆਪਾਂ ਸਤਸੰਗਤ ਕਰਨੀ ਹੈ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਆਪਾਂ ਲੈ ਕੇ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡਾ ਮਨ ਹੈ ਜਿਹੜਾ ਇਹ ਜਾਗਤ ਅਵਸਥਾ 'ਚ ਰਵੇ ਅਤੇ ਆਪਾਂ ਆਪਦੇ ਜੀਵਨ ਦਾ ਲਾਹਾ ਕੱਢ ਕੇ ਇੱਥੋਂ ਖੁਸ਼ੀ ਖੁਸ਼ੀ ਆਪਦੇ ਘਰ, ਆਪਦੇ ਦੇਸ਼ ਵਾਪਸ ਜਾਈਏ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦੇ ਹੋਏ ਹਾਂ। ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।